ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਹਰ ਜਨ ਛੋੜਿਆ ਸਗਲਾ ਆਪ, ਜਿਉ ਜਾਨੋ ਤਿਉ ਰਖੋ ਗੁਸਾਈ। ਪੇਖ ਜੀਵਾਂ ਪਰਤਾਪ, ਹਰ ਜਨ ਛੋੜਿਆ ਸਗਲਾ ਆਪ। ਜਿਉ ਜਾਨੋ ਤਿਉ ਰਖੋ ਗੁਸਾਈ। ਪੇਖ ਜੀਵਾਂ ਪਰਤਾਪ। ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਮਿੱਤਰ ਸਤਰ ਪੇਖ ਸਮਤ ਵਿਚਾਰਿਓ, ਸਗਲ ਸੰਬਾਖਨ ਜਾਪ। ਤਪਤ ਬੁਝੀ ਸ਼ੀਤਲ ਆਘਾਨੇ, ਸੁਨ ਅਨਹਦ ਬਿਸਮ ਪੈ ਬਿਸਮਾਦ। ਆਨੰਦ ਪਿਆ ਨਾਨਕ ਮਨ ਸਾਚਾ, ਪੂਰਨ ਪੂਰੇ ਨਾਦ। ਤਪਤ ਬੁਝੀ ਸ਼ੀਤਲ ਆਘਾਨੇ, ਸੁਨ ਅਨਹਦ ਬਿਸਮ ਪੈ ਬਿਸਮਾਦ। ਆਨੰਦ ਪਿਆ ਨਾਨਕ ਮਨ ਸਾਚਾ, ਪੂਰਨ ਪੂਰੇ ਨਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਭਗਤ ਵਛਲ ਕਿਰਪਾ ਨਿਧਾਨ ਜੀ ਦੀ ਕਿਰਪਾ ਸਦਕਾ ਜੁਗੋ ਜੁਗ ਅਟਲ, ਸਰਬ ਕਲਾ ਸਮਰੱਥ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਰਮ ਪਿਤਾ ਵਾਹਿਗੁਰੂ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰਦਿਆਂ ਕਹਿ ਰਹੇ ਨੇ ਕਿ ਹੇ ਪ੍ਰਮਾਤਮਾ, ਜਿਵੇਂ ਤੇਰੇ ਪਿਆਰਿਆਂ ਨੇ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਸਭ ਕੁਝ ਅਰਪਣ ਕਰਕੇ ਜ਼ਿੰਦਗੀ ਦਾ ਆਨੰਦ ਮਾਣਿਆ। ਹਰ ਕੋਈ ਬੰਦਾ ਜ਼ਿੰਦਗੀ 'ਚ ਆਨੰਦ ਚਾਹੁੰਦਾ ਹੈ, ਪਰ ਆਨੰਦ ਕੀ ਹੈ, ਆਨੰਦ ਮਿਲਦਾ ਕਿਵੇਂ ਹੈ, ਇਸ ਗੱਲ ਦਾ ਜਿੰਨਾ ਚਿਰ ਗਿਆਨ ਨਹੀਂ ਹੈ, ਮਨੁੱਖ ਨੂੰ ਸਫਲਤਾ ਨਹੀਂ ਮਿਲਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ 'ਚ ਇੱਕ ਬਚਨ ਕਿਹਾ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਸਤਿਗੁਰੂ ਜੀ ਕਹਿੰਦੇ ਕਿ ਆਨੰਦ ਦੀ ਗੱਲ ਤਾਂ ਹਰ ਕੋਈ ਕਰਦਾ ਹੈ, ਪਰ ਇਹ ਆਨੰਦ ਗੁਰੂ ਰਾਹੀਂ ਮਿਲਦਾ ਹੈ, ਗੁਰੂ ਰਾਹੀਂ ਸਮਝ ਪੈਂਦੀ ਹੈ। ਜਦੋਂ ਸਤਿਗੁਰੂ ਜੀ ਦੇ ਦਰ 'ਤੇ ਆ ਕੇ ਮਨੁੱਖ ਦੇ ਅੰਦਰ ਮੋਹ ਮਾਇਆ ਮਿਟਦੀ ਹੈ, ਅਗਿਆਨਤਾ ਮੁੱਕਦੀ ਹੈ, ਮਨੁੱਖ ਆਪਣਾ ਆਪ ਪਰਮਾਤਮਾ ਦੇ ਅੱਗੇ ਸਮਰਪਣ ਕਰ ਦਿੰਦਾ ਹੈ। ਉਹਨੂੰ ਨਜ਼ਰ ਆਉਂਦਾ ਕਿ ਜੋ ਕੁਝ ਵੀ ਇਹ ਪਰਮਾਤਮਾ ਦਾ ਹੀ ਹੈ, ਮੇਰਾ ਕੁਝ ਨਹੀਂ ਹੈ। ਜਦੋਂ ਅੰਦਰੋਂ ਸਮਰਪਣ ਹੋ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਕਹੇ ਨਾਨਕ ਇਹੋ ਆਨੰਦ ਹੈ। ਇਹਨੂੰ ਆਨੰਦ ਕਹਿੰਦੇ ਨੇ, ਪਰਮਾਤਮਾ ਦੇ ਵਿੱਚ ਵਿਲੀਨ ਹੋ ਜਾਣਾ, ਅਪੇਦ ਹੋ ਜਾਣਾ। ਜਿੰਨਾ ਚਿਰ ਮਨੁੱਖ ਦੇ ਅੰਦਰ ਪਕੜ ਹੈ, ਮਮਤਾ ਹੈ, ਹੰਕਾਰ ਹੈ, ਉਹਨਾਂ ਚਿਰ ਮਨੁੱਖ ਆਨੰਦ ਨੂੰ ਜਾਣ ਨਹੀਂ ਸਕਦਾ।
ਬਾਹਰੀ ਤੌਰ ਤੇ ਵੀ ਮਨੁੱਖ ਕਿਸੇ ਦਾ ਗੁਲਾਮ ਹੋਏ ਨਾ, ਉਹ ਜ਼ਿੰਦਗੀ ਦੀ ਖੁਸ਼ੀ ਨਹੀਂ ਮਾਣ ਸਕਦਾ। ਗੁਲਾਮ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਦੀ ਖੁਸ਼ੀ ਨਹੀਂ ਮਾਣ ਸਕਦਾ। ਕਿਸੇ ਨੂੰ ਤੁਸੀਂ ਕੈਦੀ ਬਣਾਇਆ ਹੋਵੇ, ਕਿਸੇ ਨੂੰ ਬੰਧਨ ਪਾਏ ਹੋਣ, ਜਾਂ ਮਾਨਸਿਕ ਤੌਰ ਤੇ ਕੋਈ ਗੁਲਾਮ ਹੈ, ਉਹ ਜ਼ਿੰਦਗੀ ਦੀ ਖੁਸ਼ੀ ਕੀ ਮਾਣੇਗਾ। ਮਨੁੱਖ ਤੇ ਅੰਦਰੋਂ ਗੁਲਾਮ ਹੈ ਵਿਕਾਰਾਂ ਦਾ, ਕ੍ਰੋਧ ਦਾ, ਹੰਕਾਰ ਦਾ, ਮਾਇਆ ਦਾ। ਜਿੰਨਾ ਚਿਰ ਇਹ ਗੁਲਾਮ ਰਹੇਗਾ, ਇਹਨੂੰ ਇਸ ਆਨੰਦ ਦੀ ਸੋਝੀ ਨਹੀਂ ਆਏਗੀ, ਪਤਾ ਨਹੀਂ ਲੱਗੇਗਾ। ਇਸ ਗੁਲਾਮੀ ਤੋਂ ਮੁਕਤ ਹੋਣ ਦੇ ਲਈ ਗੁਰੂ ਕੇ ਗਿਆਨ ਦੀ ਲੋੜ ਹੈ। ਸਤਿਗੁਰੂ ਸਿੱਖ ਦੇ ਬੰਧਨ ਕੱਟਦੇ ਨੇ। ਇਸ ਕਰਕੇ ਜਦੋਂ ਗੁਰੂ ਦੇ ਦਰ ਤੇ ਸੇਵਕ ਆਉਂਦਾ ਹੈ, ਸਤ ਸੰਗਤ ਨਾਲ ਜੁੜਦਾ ਹੈ, ਉਹਦੇ ਅੰਦਰੋਂ ਬੰਧਨ ਟੁੱਟਦੇ ਨੇ, ਹੰਕਾਰ ਮਿਟਦਾ ਹੈ, ਵਿਕਾਰ ਮਿਟਦੇ ਨੇ, ਅੰਦਰੋਂ ਉਹ ਸੁਤੰਤਰ ਹੁੰਦਾ ਹੈ। ਜਿਉਂ-ਜਿਉਂ ਉਹ ਪ੍ਰਮਾਤਮਾ ਦੇ ਪਿਆਰ ਜੁੜ ਕੇ ਸੁਤੰਤਰ ਹੁੰਦਾ ਹੈ, ਤਿਉਂ-ਤਿਉਂ ਉਹ ਆਨੰਦ ਵਿੱਚ ਲਿਵਲੀਨ ਹੁੰਦਾ ਚਲਿਆ ਜਾਂਦਾ ਹੈ। ਇਵੇਂ ਕਹਿ ਲਓ ਕਿ ਜ਼ਿੰਦਗੀ ਦੀ ਸੁਤੰਤਰਤਾ ਹੀ ਜ਼ਿੰਦਗੀ ਦਾ ਆਨੰਦ ਹੈ। ਸੁਤੰਤਰਤਾ ਦਾ ਅਰਥ ਆਪ ਹੁਦਰਾਪਣ ਨਹੀਂ ਹੈ। ਮਾਨਸਿਕ ਤੌਰ ਤੇ ਸੁਤੰਤਰ ਹੋ ਜਾਣਾ, ਜ਼ਿੰਦਗੀ 'ਚ ਕੋਈ ਚਿੰਤਾ ਨਾ ਹੋਣੀ, ਕੋਈ ਫਿਕਰ ਨਾ ਹੋਣਾ, ਕੋਈ ਗਮ ਨਾ ਹੋਣਾ, ਕੋਈ ਵੈਰ ਵਿਰੋਧ ਨਾ ਹੋਣਾ ਕਿਸੇ ਦੇ ਨਾਲ। ਪਰ ਇਹ ਅਵਸਥਾ ਜਿਹੜੀ ਹੈ, ਇਹਦੇ ਲਈ ਘਾਲਣਾ ਕਰਨੀ ਪੈਂਦੀ ਹੈ। ਸਤ ਸੰਗਤ ਰਾਹੀਂ ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਤਿਉਂ-ਤਿਉਂ ਸਾਡੇ ਅੰਦਰ ਇਹ ਗੁਣ ਹੁੰਦੇ ਜਾਣਗੇ। ਉਸ ਨਿਰਵੈਰ ਦਾ ਸਿਮਰਨ ਕਰਕੇ ਮਨੁੱਖ ਨਿਰਵੈਰ ਹੀ ਬਣਦਾ ਜਾਏਗਾ। ਉਹ ਨਿਰਭਉ ਦਾ ਸਿਮਰਨ ਕਰਕੇ ਮਨੁੱਖ ਅੰਦਰੋਂ ਡਰ ਤੋਂ ਰਹਿਤ ਹੁੰਦਾ ਚੱਲਿਆ ਜਾਏਗਾ। ਇਸੇ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਜੇ ਜ਼ਿੰਦਗੀ 'ਚ ਆਨੰਦ ਚਾਹੁੰਦੇ ਤਾਂ ਕੇਵਲ ਇੱਕ ਪ੍ਰਮਾਤਮਾ ਦਾ ਸਿਮਰਨ ਕਰੋ। ਧਰਮ ਦੀ ਦੁਨੀਆ 'ਚ ਜਿੰਨੇ ਵੀ ਲੋਕ ਯਤਨ ਕਰ ਰਹੇ ਨੇ, ਉਹਨਾਂ ਦਾ ਮਕਸਦ ਤਾਂ ਜ਼ਿੰਦਗੀ 'ਚ ਕੋਈ ਖੁਸ਼ੀ ਪ੍ਰਾਪਤ ਕਰਨ ਤੋਂ ਹੀ ਹੈ ਨਾ। ਭਾਵੇਂ ਕੋਈ ਕਬਰਾਂ 'ਤੇ ਜਾਂਦਾ ਹੈ, ਭਾਵੇਂ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਭਾਵੇਂ ਕੋਈ ਬੰਦਿਆਂ ਦੀ ਮੁਤਾਜ਼ਗੀ ਕਰਦਾ ਹੈ, ਜੋ ਕੁਝ ਵੀ ਧਰਮ ਦੀ ਦੁਨੀਆ ਅੰਦਰ ਹੋ ਰਿਹਾ ਹੈ, ਹਰ ਪ੍ਰਾਣੀ ਦਾ ਇੱਕ ਮਕਸਦ ਹੈ ਕਿ ਮੈਨੂੰ ਇੱਥੋਂ ਖੁਸ਼ੀ ਮਿਲੇਗੀ। ਪਰ ਮਨੁੱਖ ਯਤਨ ਬੜੇ ਕਰਦਾ ਹੈ, ਉਹ ਖੁਸ਼ੀ ਜੋ ਸਦਾ ਕਾਇਮ ਰਹਿਣ ਵਾਲੀ ਉਹ ਮਿਲਦੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜੇ ਉਹ ਖੁਸ਼ੀ ਚਾਹੁੰਦੇ ਹੋ, ਫਿਰ ਕੇਵਲ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ। ਗੁਰੂ ਕੋਲ ਆ ਕੇ ਕੇਵਲ ਪ੍ਰਮਾਤਮਾ ਦੀ ਸੋਝੀ ਹੁੰਦੀ ਹੈ। ਗੁਰੂ ਕੋਲ ਆ ਕੇ ਮਨੁੱਖ ਦੇ ਬੰਧਨ ਟੁੱਟਦੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਮੁਖਵਾਕ ਅੰਦਰ ਗੱਲ ਰੱਬੀ ਪਿਆਰਿਆਂ ਦੀ ਕਰਕੇ, ਪ੍ਰਭੂ ਜਨਾਂ ਦੀ ਕਰਕੇ, ਫਿਰ ਸਾਨੂੰ ਵੀ ਸਤ ਸੰਗਤ ਰਾਹੀਂ ਬੰਧਨ ਤੋਂ ਮੁਕਤ ਹੋ ਕੇ ਜ਼ਿੰਦਗੀ ਦਾ ਆਨੰਦ ਮਾਣਨ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਚਨ ਅੱਜ ਦੇ ਇਸ ਮੁਖਵਾਕ ਰਾਹੀਂ ਬਖਸ਼ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਹਰ ਜਨ ਛੋੜਿਆ ਸਗਲਾ ਆਪ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1217 ਤੇ ਅੰਕਿਤ ਹਨ। ਸਤਿਗੁਰੂ ਜੀ ਨੇ ਗੱਲ ਹਰ ਜਨ ਦੀ ਕੀਤੀ ਹੈ। ਹਰ ਜਨ ਦਾ ਅਰਥ ਜੋ ਹਰੀ ਦੇ ਜਨ ਨੇ, ਪ੍ਰਮਾਤਮਾ ਦੇ ਜਨ ਨੇ। ਗੁਰਬਾਣੀ 'ਚ ਬੇਅੰਤ ਥਾਵਾਂ ਤੇ ਹਰ ਜਨ ਦੀ ਵਡਿਆਈ ਕੀਤੀ। ਬਾਬਾ ਕਬੀਰ ਸਾਹਿਬ ਜੀ ਦਾ ਉਹਨਾਂ ਦੇ ਪਵਿੱਤਰ ਸ਼ਲੋਕਾਂ 'ਚ ਬਚਨ ਹੈ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਵਮਾਨ। ऐसा कोई दास होए ताए मिले भगवान। रोड़ा हुआ तो क्या पिया, पंथी को दुख दे। हर जन ऐसा चाहिए ज्यों धरणी मैं खे। खे हुई तो क्या पिया, जो उड लागे अंग। हर जन ऐसा चाहिए ज्यों पानी सरबंग। पानी हुआ तो क्या पिया, सीरा ताता होए। हर जन ऐसा चाहिए जैसा हर ही होए। ਭਗਤ ਜੀ ਕਹਿੰਦੇ ਨੇ ਭਾਈ, ਜਿਵੇਂ ਰਸਤੇ 'ਚ ਰੋੜਾ ਨਹੀਂ ਪਿਆ ਹੁੰਦਾ, ਤੂੰ ਰਸਤੇ ਦਾ ਰੋੜਾ ਬਣ ਜਾ, ਅਡੋਲ ਡਿੱਗ ਜਾ। ਜਿਵੇਂ ਰੋੜਾ ਧਰਤੀ ਤੇ ਅਡੋਲ ਪਿਆ ਹੁੰਦਾ, ਲੇਕਿਨ ਕਹਿੰਦੇ ਰੋੜਾ ਬਣਿਆ ਵੀ ਗੱਲ ਨਹੀਂ ਬਣਦੀ। ਰੋੜਾ ਭਾਵੇਂ ਧਰਤੀ ਤੇ ਡਿੱਗਿਆ ਪਿਆ ਹੈ, ਪਰ ਆਉਂਦੇ ਜਾਂਦੇ ਦੇ ਪੈਰਾਂ ਨੂੰ ਤੇ ਵੱਜਦਾ ਹੀ ਹੈ ਨਾ, ਦੁੱਖ ਤਾਂ ਦਿੰਦਾ ਹੀ ਹੈ ਨਾ। ਕਈ ਵਾਰੀ ਮਨੁੱਖ ਧਰਮ ਦੀ ਦੁਨੀਆ 'ਚ ਬੜਾ ਬਾਹਰੋਂ ਦੇਖਣ ਨੂੰ ਲੱਗਦਾ ਕਿ ਸਮਰਪਿਤ ਹੈ, ਧਰਮ ਨਾਲ ਜੁੜਿਆ ਹੋਇਆ ਹੈ,
ਔਰ ਉਹਦੇ ਅੰਦਰ ਕਠੋਰਤਾ ਹੁੰਦੀ ਹੈ, ਉਹਦੇ ਬਚਨ ਕਠੋਰ ਹੁੰਦੇ ਨੇ, ਦੂਜਿਆਂ ਦਾ ਦਿਲ ਤੋੜਨ ਵਾਲੇ ਹੁੰਦੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਰੋੜਾ ਹੁਆ ਤੋ ਕਿਆ ਪਿਆ, ਪੰਥੀ ਕੋ ਦੁੱਖ ਦੇ। ਰੋੜਾ ਬਣਿਆ ਵੀ ਗੱਲ ਨਹੀਂ ਬਣਦੀ, ਰੋੜਾ ਵੀ ਆਉਂਦੇ ਜਾਂਦੇ ਰਾਹੀਆਂ ਦੇ ਪੈਰਾਂ ਨੂੰ ਵੱਜ ਕੇ ਦੁੱਖ ਦਿੰਦਾ ਹੈ। ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਜਿਵੇਂ ਧਰਤੀ ਤੇ ਮਿੱਟੀ ਹੁੰਦੀ ਹੈ, ਖੇ ਹੁੰਦੀ ਹੈ, ਰੱਬ ਦਾ ਪਿਆਰਾ ਤੇ ਇੰਨਾ ਨਿਰਮਾਣ ਹੋਣਾ ਚਾਹੀਦਾ। ਧਰਤੀ ਤੇ ਮਿੱਟੀ ਹੁੰਦੀ ਹੈ, ਬੜੀ ਨਿਰਮਾਣ ਹੈ, ਪਰ ਔਗਣ ਉਹਦੇ 'ਚ ਵੀ ਹੈ, ਉੱਡ ਕੇ ਕੱਪੜਿਆਂ ਤੇ ਪੈ ਜਾਂਦੀ ਹੈ, ਆਪਣਾ ਆਪ ਦਰਸਾਉਂਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਖੇ ਹੋਈ ਤੋ ਕਿਆ ਪਿਆ ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਪਾਣੀ ਜਿਹੜਾ ਮਿੱਟੀ ਤੋਂ ਵੀ ਨਿਰਮਾਣ ਹੈ, ਪਾਣੀ ਮਿੱਟੀ ਦੇ ਹੇਠਾਂ ਹੀ ਚੱਲਦਾ ਹੈ, ਨਿਵਾਣ ਨੂੰ ਚੱਲਦਾ ਹੈ। ਪਰ ਭਗਤ ਜੀ ਕਹਿੰਦੇ ਪਾਣੀ ਦੇ ਵਿੱਚ ਵੀ ਔਗਣ ਹੈ, ਕਦੀ ਤੱਤਾ ਕਦੀ ਠੰਡਾ। ਗਰਮੀਆਂ 'ਚ ਗਰਮੀ ਪਏ ਤੇ ਤੱਤਾ ਹੋ ਜਾਂਦਾ ਹੈ, ਸਰਦੀਆਂ 'ਚ ਠਰ ਜਾਂਦਾ ਹੈ, ਜੰਮ ਜਾਂਦਾ ਹੈ। ਰੱਬ ਦਾ ਪਿਆਰਾ ਤੇ ਰੱਬ ਵਰਗਾ ਹੀ ਹੋਣਾ ਚਾਹੀਦਾ। ਧਰਮ ਦੀ ਦੁਨੀਆ 'ਚ ਆਪਾਂ ਦੇਖਦੇ ਹਾਂ, ਕਈ ਪ੍ਰਸੰਨ ਹੋ ਗਏ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਦੀ ਨਾਰਾਜ਼ ਹੋ ਗਏ, ਕਦੀ ਖੁਸ਼ ਹੋ ਗਏ। ਪਰ ਸਤਿਗੁਰੂ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਰੱਬ ਵਰਗਾ ਹੀ ਬਣ ਜਾਏ, ਨਿਰਵੈਰ, ਨਿਰਭਉ, ਨਿਰਛਲ, ਨਿਸਕਪਟ, ਪਰਉਪਕਾਰੀ। ਰੱਬ ਦੇ ਪਿਆਰਿਆਂ ਦੀ ਗੱਲ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਬਚਨ ਕਹੇ ਨੇ ਕਿ ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਹਰੀ ਵਿੱਚ ਤੇ ਹਰੀ ਦੇ ਜਨ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰੀ ਵਰਗਾ ਹੀ ਪ੍ਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ। ਹੁਣ ਜਿਹੜਾ ਹਰੀ ਦਾ ਜਨ ਹੈ ਉਹ ਇੰਨੀ ਉੱਚੀ ਅਵਸਥਾ 'ਚ ਪਹੁੰਚਿਆ ਕਦੋਂ? ਜਦੋਂ ਨੇ ਆਪਣਾ ਆਪ ਸਮਰਪਣ ਕਰ ਦਿੱਤਾ, ਆਪਣੇ ਅੰਦਰ ਹਉਮੈ ਤਿਆਗ ਦਿੱਤੀ, ਆਪਣੇ ਅੰਦਰੋਂ ਮੇਰ ਤੇਰ ਖਤਮ ਕਰ ਦਿੱਤੀ। ਹਰ ਜਨ ਛੋੜਿਆ ਸਗਲਾ ਆਪ। ਗੁਰਬਾਣੀ ਕਹਿੰਦੀ ਕਿ ਜਿਹੜਾ ਰੱਬ ਦਾ ਪਿਆਰਾ ਹੈ ਉਹਨੇ ਆਪਣਾ ਸਭ ਕੁਝ ਛੱਡ ਦਿੱਤਾ। ਉਹ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕੁਝ ਵੀ ਮੇਰਾ ਨਹੀਂ ਹੈ, ਇਹ ਤਨ ਮਨ ਤੇਰਾ, ਧਨ ਪੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਸਰੀਰ ਵੀ ਤੁਹਾਡਾ ਦਿੱਤਾ ਹੋਇਆ ਹੈ, ਸਰੀਰ ਵਿੱਚ ਪਾਇਆ ਹੋਇਆ ਮਨ ਵੀ ਤੁਹਾਡਾ ਹੈ, ਅਤੇ ਜੋ ਕੁਝ ਅਸੀਂ ਵਰਤਦੇ ਧਨ ਦੌਲਤ ਵੀ ਤੁਹਾਡੀ ਦਿੱਤੀ ਹੋਈ ਹੈ। ਰੱਬ ਦੇ ਪਿਆਰਿਆਂ ਨੇ ਆਪਣਾ ਆਪ ਸਮਰਪਣ ਕਰ ਦਿੱਤਾ ਹੁੰਦਾ ਹੈ ਪ੍ਰਮਾਤਮਾ ਨੂੰ। ਉਹ ਕਿਸੇ ਵੀ ਚੀਜ਼ ਤੇ ਪਕੜ ਨਹੀਂ, ਸਗੋਂ ਸਭ ਕੁਝ ਪ੍ਰਮਾਤਮਾ ਦੇ ਅੱਗੇ ਭੇਟ ਕਰ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਵੇਂ ਰੱਬ ਦੇ ਪਿਆਰਿਆਂ ਨੇ ਆਪਣਾ ਆਪ ਤਿਆਗ ਦਿੱਤਾ। ਭਗਤੀ ਦਾ ਮਾਰਗ ਤਿਆਗ ਦਾ ਮਾਰਗ ਹੈ, ਪਕੜ ਦਾ ਮਾਰਗ ਨਹੀਂ ਹੈ। ਜਿਹੜਾ ਪ੍ਰੇਮ ਹੈ ਨਾ, ਪ੍ਰੇਮ ਦੇ ਵਿੱਚ ਵੰਡਣਾ ਹੀ ਹੁੰਦਾ ਹੈ, ਦੇਣਾ ਹੀ ਹੁੰਦਾ ਹੈ, ਉੱਥੇ ਲੈਣਾ ਕੁਝ ਨਹੀਂ ਹੁੰਦਾ। ਤੇ ਮੋਹ ਦੇ ਵਿੱਚ ਮਨੁੱਖ ਲੈਂਦਾ ਹੀ ਹੈ ਸਭ ਕੁਝ, ਆਪਣੇ ਵੱਲ ਹੀ ਖਿੱਚਦਾ ਹੈ। ਰੱਬ ਦੇ ਪਿਆਰੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਏ। ਸਭ ਕੁਝ ਸਮਰਪਣ ਕਰ ਦਿੰਦੇ ਨੇ, ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਸਾਹਿਬ ਕਹਿੰਦੇ ਜਿਵੇਂ ਰੱਬ ਦੇ ਪਿਆਰਿਆਂ ਨੇ ਆਪਣਾ ਆਪ ਸਮਰਪਣ ਕਰ ਦਿੱਤਾ, ਸਭ ਕੁਝ ਛੱਡ ਦਿੱਤਾ। ਵਾਹਿਗੁਰੂ ਜੀ ਜਿਉਂ ਜਾਨੋ ਤਿਉਂ ਰੱਖੋ। हे ਵਾਹਿਗੁਰੂ ਜੀ ਬਿਲਕੁਲ ਇਸ ਤਰੀਕੇ ਨਾਲ ਜਿਉਂ ਜਾਨੋ ਤਿਉਂ ਰੱਖੋ ਗੁਸਾਈ, ਪੇਖ ਜੀਵਾਂ ਪ੍ਰਤਾਪ। ਮੈਂ ਵੀ ਆਪਣਾ ਆਪ ਅਰਪਣ ਕਰਕੇ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰ ਰਿਹਾ ਹਾਂ ਕਿ ਪ੍ਰਮਾਤਮਾ ਜੀ ਜਿਵੇਂ ਜੀ ਕਰਦਾ ਮੈਨੂੰ ਵੀ ਰੱਖ ਲਓ, ਬਚਾ ਲਓ, ਜਿਵੇਂ ਚਾਹੋ, ਜਿਵੇਂ ਤੁਸੀਂ ਰੱਖ ਸਕਦੇ ਹੋ। ਤੁਹਾਡੀ ਚਰਨ ਸ਼ਰਨ 'ਚ ਮੈਂ ਡਿੱਗ ਪਿਆ, ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਹੀ ਨਹੀਂ ਹੈ। ਤੁਸੀਂ ਹੀ ਮੈਨੂੰ ਇਹਨਾਂ ਭਉ ਸਾਗਰ ਦੇ ਦੁੱਖਾਂ ਤੋਂ ਬਚਾ ਸਕਦੇ ਹੋ। ਭਉ ਸਾਗਰ ਦੇ ਦੁੱਖਾਂ ਤੋਂ, ਚਿੰਤਾਵਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਪ੍ਰਮਾਤਮਾ ਦਾ ਆਸਰਾ। ਹੋਰ ਕੌਣ ਬਚਾਏਗਾ ਸਾਨੂੰ ਇਸ ਭਉ ਸਾਗਰ ਤੋਂ? ਹਰ ਕੋਈ ਭਉ ਦੇ ਅੰਦਰ ਹੈ। ਗੁਰਬਾਣੀ ਦੇ ਬਚਨ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਸਲਤਨਾਂਤ। ਇਹ ਸੂਰਜ, ਇਹ ਚੰਦਰਮਾ, ਇਹ ਧਰਤੀ, ਇਹ ਆਕਾਸ਼, ਇਹ ਇੰਦਰ ਵਰਗੇ ਜਿਹੜੇ ਬੜੇ ਬੜੇ ਫਨੇ ਖਾਂ ਦੇਵਤੇ ਗਿਣੇ ਜਾਂਦੇ, ਸਭ ਵਾਹਿਗੁਰੂ ਜੀ ਦੇ ਹੁਕਮ ਵਿੱਚ ਨੇ, ਭੈ ਵਿੱਚ ਨੇ। ਸਗਲਿਆਂ ਭਉ ਲਿਖਿਆ ਸਿਰ ਲੇਖ। ਸਮੁੱਚੀ ਕਾਇਨਾਤ ਵਿੱਚ ਜਿਤਨੇ ਜੀਵ ਨੇ ਸਾਰਿਆਂ ਦੇ ਮੱਥੇ ਤੇ ਇਹ ਡਰ ਦਾ ਲੇਖ ਲਿਖ ਦਿੱਤਾ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੇਵਲ ਇੱਕ ਪਰਮਾਤਮਾ ਹੈ ਜਿਹਨੂੰ ਡਰ ਨਹੀਂ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਸਾਨੂੰ ਕਿਸੇ ਨੇ ਰੱਖਣਾ ਨਹੀਂ ਹੈ।
ਜਿੱਧਰ ਮਰਜੀ ਜਾ ਕੇ ਦੇਖ ਲਓ, ਜਿੰਨੇ ਮਰਜੀ ਆਸਰੇ ਬਣਾ ਲਓ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਜੁੜਨਾ ਹੈ ਨਾ ਜ਼ਿੰਦਗੀ ਦੇ ਅੰਦਰ, ਪਰਮਾਤਮਾ ਨਾਲ ਜੁੜੋ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਸਾਰੀ ਦੁਨੀਆ ਹੀ ਝੁਕਦੀ ਹੈ, ਉਹਦੇ ਅੱਗੇ ਤੁਸੀਂ ਜੁੜ ਜਾਓ, ਉਹਦੇ ਚਰਨਾਂ ਨਾਲ ਜੁੜ ਜਾਓ ਤੇ ਅਰਦਾਸ ਕਰੋ ਕਿ ਜਿਉਂ ਜਾਨੋ ਤਿਉਂ ਰੱਖੋ ਗੁਸਾਈ। ਗੁਸਾਈ ਦਾ ਅਰਥ ਹੈ ਪ੍ਰਿਥਵੀ ਦਾ ਮਾਲਕ। ਸਾਈ ਮੈਣਾ ਮਾਲਕ, ਗੋ ਮੈਣਾ ਪ੍ਰਿਥਵੀ। ਹੇ ਪ੍ਰਿਥਵੀ ਦੇ ਮਾਲਕ ਪਰਮ ਪਿਤਾ ਵਾਹਿਗੁਰੂ ਜੀ, ਜਿਵੇਂ ਵੀ ਤੁਸੀਂ ਜਾਣਦੇ ਹੋ, ਜਿਵੇਂ ਤੁਸੀਂ ਰੱਖ ਸਕਦੇ ਹੋ, ਕਿਰਪਾ ਕਰਕੇ ਮੈਨੂੰ ਰੱਖ ਲਓ, ਆਪਣੇ ਚਰਨਾਂ ਨਾਲ ਜੋੜ ਲਓ। ਪੇਖ ਜੀਵਾਂ ਪ੍ਰਤਾਪ, ਵਾਹਿਗੁਰੂ ਜੀ ਤੁਹਾਡਾ ਪ੍ਰਤਾਪ ਦੇਖ ਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਆਤਮਿਕ ਜੀਵਨ ਦੇਖੋ, ਬਾਕੀ ਜ਼ਿੰਦਗੀ ਤੇ ਸਾਰਿਆਂ ਕੋਲ ਸਾਹ ਤੇ ਸਾਰੇ ਲੈ ਹੀ ਰਹੇ ਨੇ, ਉਹ ਜ਼ਰੂਰੀ ਨਹੀਂ ਕਿ ਸਾਰੇ ਰੱਬ ਦਾ ਪ੍ਰਤਾਪ ਦੇਖ ਕੇ ਸਾਹ ਲੈ ਰਹੇ ਨੇ। ਉਹ ਤੇ ਕੁਦਰਤ ਨੇ ਦਿੱਤੇ ਨੇ, ਰੱਬ ਨੇ ਇਹ ਦਾਤ ਦਿੱਤੀ, ਲਈ ਜਾ ਰਹੇ ਨੇ। ਜੀਵਨ ਦਾ ਅਰਥ ਇੱਥੇ ਆਤਮਿਕ ਜੀਵਨ ਹੈ। ਇੱਕ ਸਰੀਰਕ ਜੀਵਨ ਹੈ, ਇੱਕ ਸਾਡਾ ਆਤਮਿਕ ਜੀਵਨ ਹੈ। ਸਰੀਰ ਦੇ ਅੰਦਰ ਜੋ ਆਤਮਾ ਹੈ, ਉਸ ਆਨੰਦ ਨੂੰ ਮੰਨਣਾ। ਗੁਰਦੇਵ ਕਹਿੰਦੇ ਹੈ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਆਪਣੇ ਚਰਨਾਂ ਨਾਲ ਜੋੜੋ। ਪੇਖ ਜੀਵਾਂ ਪ੍ਰਤਾਪ, ਤੁਹਾਡਾ ਪ੍ਰਤਾਪ, ਤੁਹਾਡੀ ਸ਼ੋਭਾ, ਤੁਹਾਡੀ ਵਡਿਆਈ ਸੁਣ ਸੁਣ ਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਮੈਂ ਨਿਤ ਤੁਹਾਡਾ ਪ੍ਰਤਾਪ ਹੀ ਦੇਖਦਾ ਰਵਾਂ। ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਇਹ ਪ੍ਰਮਾਤਮਾ ਤੁਹਾਡਾ ਪ੍ਰਤਾਪ ਮੈਂ ਦੇਖਿਆ। ਜੇ ਪ੍ਰਮਾਤਮਾ ਦਾ ਪ੍ਰਤਾਪ ਦੇਖਣਾ ਹੈ, ਖਿੜੇ ਹੋਏ ਫੁੱਲਾਂ ਨੂੰ ਦੇਖਿਆ ਕਰੋ ਕਿ ਕਿਵੇਂ ਰੰਗ ਭਰੇ ਹੋਏ ਨੇ, ਕਿੰਨੀ ਸੁੰਦਰਤਾ ਉਹਨਾਂ 'ਚ ਪਾਈ ਹੋਈ ਹੈ। ਪਰਮਾਤਮਾ ਦਾ ਪ੍ਰਤਾਪ ਦੇਖਣਾ ਹੈ ਪਹਾੜਾਂ ਨੂੰ, ਪਹਾੜਾਂ ਦੇ ਵਿੱਚ ਜੋ ਸੁੰਦਰਤਾ ਹੈ ਉਹਨੂੰ ਦੇਖੋ, ਵੱਡੇ ਵੱਡੇ ਸਮੁੰਦਰਾਂ ਨੂੰ ਦੇਖੋ। ਇਸ ਕੁਦਰਤ ਦੇ ਅੰਦਰ ਕਿੰਨੇ ਕਿੰਨੇ ਅਜੀਬ ਕੌਤਕ ਹੋ ਰਹੇ ਨੇ, ਉਹਨਾਂ ਨੂੰ ਦੇਖੋ। ਇਹ ਪਰਮਾਤਮਾ ਦਾ ਹੀ ਪ੍ਰਤਾਪ ਹੈ। ਹੇ ਪ੍ਰਮਾਤਮਾ ਜੀ ਮੇਰੇ ਤੇ ਕਿਰਪਾ ਕਰੋ, ਜਿਵੇਂ ਵੀ ਹੋ ਸਕਦਾ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਤੇ ਮੈਂ ਤੁਹਾਡਾ ਪ੍ਰਤਾਪ ਦੇਖ ਕੇ, ਤੁਹਾਡੀਆਂ ਵਡਿਆਈਆਂ ਕਰਕੇ, ਤੁਹਾਡੇ ਗੁਣ ਗਾ ਕੇ ਜਿਉਂਦਾ ਰਵਾਂ, ਆਤਮਿਕ ਜੀਵਨ ਨੂੰ ਮਾਣ ਲਵਾਂ। ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਇਹ ਵਾਹਿਗੁਰੂ ਜੀਓ, ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਆਪਣਾ ਆਪ ਛੱਡਿਆ ਹੈ ਨਾ, ਉਹਨਾਂ ਨੇ ਆਪਣਾ ਆਪ ਇਸ ਕਰਕੇ ਛੱਡਿਆ ਕਿ ਉਹਨਾਂ ਨੂੰ ਜ਼ਿੰਦਗੀ 'ਚ ਗੁਰੂ ਦਾ ਉਪਦੇਸ਼ ਮਿਲ ਗਿਆ, ਸਾਧ ਸੰਗਤ ਮਿਲ ਗਈ। ਜੀਵਨ ਵਿੱਚ ਆਤਮਿਕ ਤੌਰ ਤੇ ਉੱਚੇ ਉੱਠਣ ਦੇ ਲਈ ਸਤ ਸੰਗਤ ਅਤੇ ਬਾਣੀ ਜਿਹਨੂੰ ਆਪਾਂ ਕਹਿੰਦੇ ਹਾਂ, ਗੁਰੂ ਦਾ ਉਪਦੇਸ਼, ਇਹ ਸਭ ਤੋਂ ਮਹਾਨ ਦਾਤ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਕਹਿੰਦੇ ਨੇ, ਬਾਬਾ ਨਾਨਕ ਜੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ? ਤੁਸੀਂ ਜਿੱਥੇ ਜਾਂਦੇ ਹੋ ਸਾਰੀ ਦੁਨੀਆ ਤੁਹਾਨੂੰ ਹੀ ਨਮਸਕਾਰਾਂ ਕਰਦੀ ਹੈ, ਉਹ ਕਰਾਮਾਤ ਸਾਨੂੰ ਵੀ ਦਿਖਾਓ ਕਿਹੜੀ ਹੈ। ਸਿੱਧ ਪੁੱਛਣ ਸੁਣ ਨਾਨਕਾ ਤੂੰ ਜਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਏ ਅਸਾਂ ਨੂੰ ਕਿਉਂ ਢਿੱਲ ਅਵੇਹੀ ਲਾਈ। ਕਹਿੰਦੇ ਕਿ ਉਹ ਕਰਾਮਾਤ ਸਾਨੂੰ ਵੀ ਦੱਸੋ। ਬਾਬਾ ਆਖੇ ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤਨ ਕਾਈ, ਬਾਝੋਂ ਸੱਚੇ ਨਾਮ ਦੇ ਕਰਾਮਾਤ ਅਸਾਂ ਥੀ ਨਹੀਂ। ਸਤਿਗੁਰੂ ਜੀ ਕਹਿੰਦੇ ਜੋਗੀ ਜਨੋ, ਸਾਡੀਆਂ ਨਜ਼ਰਾਂ 'ਚ ਜੋਗੀਆਂ ਦੀਆਂ ਕਰਾਮਾਤਾਂ ਕੋਈ ਖਾਸ ਚੀਜ਼ ਨਹੀਂ ਹੈ। ਸਾਡੇ ਕੋਲ ਤੇ ਨਾਮ ਦੀ ਕਰਾਮਾਤ ਹੈ, ਨਾਮ ਦੀ ਕਰਾਮਾਤ। ਤੇ ਸਿੱਧ ਕਹਿੰਦੇ ਨਾਮ ਦੀ ਕਰਾਮਾਤ ਮਿਲਦੀ ਕਿਵੇਂ ਹੈ, ਕੀ ਤਰੀਕਾ ਇਹਨੂੰ ਪ੍ਰਾਪਤ ਕਰਨ ਦਾ? ਸਤਿਗੁਰੂ ਜੀ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਬਾਣੀ ਤੇ ਸੰਗਤ, ਬਾਣੀ ਦਾ ਅਰਥ ਹੈ ਪ੍ਰਮਾਤਮਾ ਦੀ ਸਿਫਤ ਸਲਾਹ, ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਕੀਰਤੀ। ਤੇ ਸੰਗਤ ਦਾ ਅਰਥ ਹੈ ਜਿੱਥੇ ਪ੍ਰਮਾਤਮਾ ਦੀ ਕੀਰਤੀ ਹੋ ਰਹੀ ਹੋਵੇ। ਇਵੇਂ ਕਹਿ ਲਓ ਕਿ ਪ੍ਰਮਾਤਮਾ ਦੀ ਵਿਚਾਰਧਾਰਾ ਵਾਲੇ ਲੋਕ ਜਿੱਥੇ ਬੈਠੇ ਹੋਣ, ਜਿੱਥੇ ਪ੍ਰਮਾਤਮਾ ਦਾ ਜਸ ਹੋਏ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਦੇ ਅੰਦਰ ਆਪਣੇ ਮਨ ਦੀ ਹਉਮੈ ਤੋਂ ਮੁਕਤ ਹੋਣ ਦੇ ਲਈ, ਵਿਕਾਰਾਂ ਤੋਂ ਮੁਕਤ ਹੋਣ ਦੇ ਲਈ ਇੱਕੋ ਇੱਕ ਤਰੀਕਾ ਕਿ ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਜ਼ਿੰਦਗੀ ਅੰਦਰ ਜਦੋਂ ਗੁਰੂ ਦਾ ਉਪਦੇਸ਼ ਸੁਣਿਆ, ਸਾਧ ਸੰਗਤ ਵਿੱਚ ਆਏ, ਜ਼ਿੰਦਗੀ 'ਚੋਂ ਸਾਰੇ ਸੰਤਾਪ ਖਤਮ ਹੋ ਗਏ। ਸਾਧ ਸੰਗਤ, ਸਤਿਗੁਰੂ ਜੀ ਨੇ ਜੋ ਦੋ ਮਹਾਨ ਦਾਤਾਂ ਸਾਨੂੰ ਦਿੱਤੀਆਂ, ਗੁਰਬਾਣੀ ਅਤੇ ਸਤ ਸੰਗਤ। ਗੁਰੂ ਬਾਬਾ ਜੀ ਕਹਿੰਦੇ ਇਹ ਸਭ ਤੋਂ ਮਹਾਨ ਆਸਰਾ ਹੈ।
ਵਿਕਾਰਾਂ ਤੋਂ ਮੁਕਤ ਹੋਣ ਦੇ ਲਈ, ਮਨ ਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜਨ ਦੇ ਲਈ, ਮਨ ਨੂੰ ਟਿਕਾਉਣ ਦੇ ਲਈ, ਮਨ ਦਾ ਆਨੰਦ ਮਾਣਨ ਦੇ ਲਈ ਸਤ ਸੰਗਤ ਸਭ ਤੋਂ ਮਹਾਨ ਹੈ। ਸਾਰੰਗ ਰਾਗ ਵਿੱਚ ਹੀ ਗੁਰੂ ਕਾ ਇੱਕ ਬਚਨ ਆਇਆ ਸੀ ਪਿੱਛੇ ਜਿਹੇ, ਅਕਾਲ ਮੂਰਤ ਹੈ ਸਾਧ ਸੰਤਨ ਕੀ। ਸਤਿਗੁਰੂ ਜੀ ਕਹਿੰਦੇ ਕਿ ਇਹ ਅਕਾਲ ਮੂਰਤ ਪਰਮਾਤਮਾ ਜਿਹੜਾ ਹੈ ਨਾ, ਅਕਾਲ ਮੂਰਤ ਹੈ ਸਾਧ ਸੰਗਤਨ ਕੀ, ਨਾਨਕ ਧਰਨ ਧਿਆਨ ਕੋ। ਧਿਆਨ ਧਰਨ ਦੇ ਲਈ, ਪਰਮਾਤਮਾ ਦਾ ਧਿਆਨ ਧਰਨ ਦੇ ਲਈ, ਉਸ ਵਾਹਿਗੁਰੂ ਜੀ ਦਾ ਧਿਆਨ ਧਰਨ ਦੇ ਲਈ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸਾਧ ਸੰਗਤ ਹੈ ਨਾ, ਇਹ ਸਭ ਤੋਂ ਵੱਡਾ ਥਾਂ ਹੈ, ਇਹਦੋਂ ਵੱਡਾ ਕੋਈ ਥਾਂ ਨਹੀਂ ਹੈ। ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਰੋਜ਼ ਸੰਗਤ ਵਿੱਚ ਆਇਆ ਕਰੋ। ਸਤ ਸੰਗਤ ਦੀ ਜੋ ਮਹਾਨਤਾ ਹੈ ਨਾ, ਦਰਅਸਲ ਉਹਨੂੰ ਅਸੀਂ ਪੂਰੇ ਤੌਰ ਤੇ ਨਾ ਜਾਣ ਸਕੇ, ਨਾ ਅਸੀਂ ਲੋਕਾਂ ਨੂੰ ਦੱਸ ਸਕੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਚਲੋ ਰੋਜ਼ ਜਾਣਾ, ਦੇਖੋ ਰੋਜ਼ ਆਉਣਾ ਤਾਂ ਇਹ ਪਹਿਲਾ ਪੜਾਅ ਹੈ, ਜ਼ਰੂਰੀ ਹੈ, ਪਰ ਅਸੀਂ ਸੋਚਦੇ ਕਿ ਰੋਜ਼ ਜਾਣ ਨਾਲ ਹੀ ਗੱਲ ਬਣ ਜਾਏਗੀ, ਰੋਜ਼ ਜਾਣ ਨਾਲ ਹੀ ਗੱਲ ਬਣ ਜਾਏਗੀ। ਰੋਜ਼ ਆਉਣਾ ਤਾਂ ਠੀਕ ਹੈ, ਪਰ ਰੋਜ਼ ਆ ਕੇ ਕਰਨਾ ਕੀ ਹੈ ਵੀ ਤੇ ਪਤਾ ਹੋਏ ਨਾ। ਰੋਜ਼ ਆ ਕੇ ਆਪਾਂ ਜਾਣਨਾ ਕੀ ਹੈ। ਰੋਜ਼ ਆਉਣੇ ਗੁਰੂ ਕਾ ਗਿਆਨ ਪ੍ਰਾਪਤ ਕਰਨ ਦੇ ਲਈ, ਰੋਜ਼ ਆਉਣੇ ਸਤ ਸੰਗਤ ਵਿੱਚ ਬੈਠ ਕੇ ਮਨ ਚੋਂ ਵਿਕਾਰਾਂ ਨੂੰ ਨਿਵਰਤ ਕਰਨ ਦੇ ਲਈ। ਤੇ ਜੇ ਰੋਜ਼ ਆਏ ਆਪਣੇ ਹੰਕਾਰ ਨੂੰ ਹੀ ਪੱਠੇ ਪਾਉਣ ਲਈ, ਤੇ ਫਿਰ ਅਸੀਂ ਇਹ ਉਲਾਮੇ ਕਰੀਏ ਜੀ ਇੰਨਾ ਚਿਰ ਸੰਗਤ 'ਚ ਗਏ ਸਾਨੂੰ ਤੇ ਕੋਈ ਆਨੰਦ ਨਹੀਂ ਆਇਆ। ਸੰਗਤ ਵਿੱਚ ਆਵਾਂਗੇ ਜ਼ਰੂਰ ਆਨੰਦ ਮਿਲੇਗਾ। ਇੱਕ ਹੈ ਸਰੀਰ ਕਰਕੇ ਸੰਗਤ ਵਿੱਚ ਆਉਣਾ, ਇੱਕ ਹੈ ਸਰੀਰ ਕਰਕੇ ਫਿਰ ਮਨ ਕਰਕੇ ਸਤ ਸੰਗਤ ਨਾਲ ਜੁੜ ਜਾਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ, ਕਬਹੂ ਸਾਧ ਸੰਗਤ ਤੇ ਉਪਾਵੈ, ਉਸ ਸਥਾਨ ਤੇ ਬੌਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਕਿਤੇ ਇਹ ਮਨੁੱਖ ਸਤ ਸੰਗਤ ਵਿੱਚ ਆ ਜਾਏ, ਸਤ ਸੰਗਤ ਵਿੱਚ ਆ ਕੇ ਇਹਦੇ ਅੰਦਰ ਪ੍ਰਗਾਸ ਹੋ ਜਾਂਦਾ ਹੈ, ਚਾਨਣ ਹੋ ਜਾਂਦਾ, ਸੋਝੀ ਹੋ ਜਾਂਦੀ। ਸਤ ਸੰਗਤ ਵਿੱਚ ਆਉਣ ਦਾ ਹੀ ਅਰਥ ਗਿਆਨ ਪ੍ਰਾਪਤ ਕਰਨਾ, ਪ੍ਰਕਾਸ਼ ਪ੍ਰਾਪਤ ਕਰਨਾ। ਜੇ ਹੁਣ ਸਤ ਸੰਗਤ 'ਚ ਬੈਠ ਕੇ ਵੀ ਬੰਦਾ ਹਨੇਰੇ ਨੂੰ ਜੱਫੇ ਮਾਰੀ ਜਾ ਰਿਹਾ ਹੈ, ਤੇ ਫਿਰ ਇਹਦੇ ਸੰਗਤ ਦਾ ਕੀ ਕਸੂਰ ਹੈ? ਉਸ ਸੰਗਤ ਵਿੱਚ ਜੋ ਵਰਤ ਰਿਹਾ ਉਹਦੇ ਨਾਲ ਜੁੜੇ ਹੀ ਨਾ, ਗਿਆਨ ਪ੍ਰਾਪਤੀ ਨਾ ਕਰੇ। ਇਸ ਕਰਕੇ ਉਹਦਾ ਕਾਰਨ ਇਹ ਕਿ ਅਸੀਂ ਸਤ ਸੰਗਤ ਦਾ ਜੋ ਮਹਾਨਤਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤੀ ਸੀ। ਦੇਖੋ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿੰਨੀ ਮਹਿਮਾ ਕੀਤੀ ਸਾਧ ਸੰਗਤ ਦੀ। ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ, ਔਰ ਇੱਥੇ ਬਚਨੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਵਿੱਚ ਪਰਮਾਤਮਾ ਵਸਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਕਿ ਦੁਨੀਆ ਜਿੰਨੀ ਵੀ ਧਰਮ ਵਾਲੇ ਪਾਸੇ ਲੱਗੀ, ਉਹਨਾਂ ਨੂੰ ਪੁੱਛੀਏ ਨਾ ਵੀ ਇਹਦਾ ਕਾਰਨ ਕੀ, ਇਹਨੇ ਤੁਸੀਂ ਯਤਨ ਕਰ ਰਹੇ ਹੋ, ਤੇ ਉਹ ਕਹਿਣਗੇ ਜੀ ਬੈਕੁੰਠ ਨੂੰ ਜਾਣਾ। ਬੈਕੁੰਠ ਸਵਰਗ ਜਾਂ ਰੱਬ ਦੇ ਵਸਣ ਵਾਲੀ ਥਾਂ ਨੂੰ ਕਹਿੰਦੇ ਨੇ ਬੈਕੁੰਠ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜੋ ਜਨ ਪਰਮਤ ਪਰਮਨ ਜਾਨਾ, ਬਤ ਨਹੀਂ ਬੈਕੁੰਠ ਸਮਾਨਾ। ਜਾਨ ਜਾਨ ਸਭ ਕਹੇ ਤਾਹਾਂ ਹੀ, ਨਾ ਜਾਣਾ ਬੈਕੁੰਠ ਕਹਾਂ ਹੀ। ਹਰ ਕੋਈ ਉੱਥੇ ਜਾਣ ਦੀ ਗੱਲ ਤੇ ਕਰਦਾ, ਪਰ ਪਤਾ ਨਹੀਂ ਬੈਕੁੰਠ ਹੈ ਕਿੱਥੇ ਹੈ। ਭਗਤ ਜੀ ਕਹਿੰਦੇ, ਆਓ ਤੁਹਾਨੂੰ ਮੈਂ ਦੱਸਾਂ ਬੈਕੁੰਠ ਹੈ ਕੀ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਕਹਿੰਦੇ ਸਾਧ ਸੰਗਤ ਬੈਕੁੰਠ ਹੈ। ਇਸ ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ, ਇਸ ਸੰਗਤ ਵਿੱਚ ਪ੍ਰਮਾਤਮਾ ਦਾ ਨੂਰ ਵਰਸ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਜ਼ਿੰਦਗੀ ਦੇ ਅੰਦਰ ਆਪਣੀ ਮਨ ਦੀ ਮੱਤ ਤੋਂ ਮੁਕਤ ਹੋਣ ਦਾ ਤਰੀਕਾ ਕੀ ਅਪਣਾਇਆ ਕਿ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ। ਗੁਰੂ ਕਾ ਉਪਦੇਸ਼ ਤੇ ਸਾਧ ਸੰਗਤ। ਗੁਰੂ ਅਰਜਨ ਸਾਹਿਬ ਜੀ ਦਾ ਸੋਰਠ ਰਾਗ 'ਚ ਇੱਕ ਬਚਨ ਪੜ੍ਹਦੇ ਹਾਂ, ਜਿੱਥੇ ਉਹਨਾਂ ਨੇ ਸਾਰੇ ਧਾਰਮਿਕ ਯਤਨਾਂ ਦਾ ਜ਼ਿਕਰ ਕੀਤਾ। ਅਸੀਂ ਕਹਿੰਦੇ ਪਾਠ ਕਰਨਾ ਚਾਹੀਦਾ, ਸਤਿਗੁਰੂ ਜੀ ਕਹਿੰਦੇ ਕਰੋ ਪਾਠ, ਜਿੰਨੇ ਮਰਜ਼ੀ ਧਰਮ ਗ੍ਰੰਥ ਪੜ੍ਹ ਲਓ, ਫਿਰ ਉਸ ਦੇ ਤੁਸੀਂ ਵਿਚਾਰਾਂ ਵੀ ਭਾਵੇਂ ਕਰ ਲਓ, ਤੁਸੀਂ ਜੋਗੀਆਂ ਵਾਲੇ ਭਾਵੇਂ ਆਸਣ ਕਰ ਲਓ, ਤੁਸੀਂ ਭਾਵੇਂ ਜੰਗਲਾਂ 'ਚ ਹੀ ਬੈਠੇ ਰਹੋ, ਤੀਰਥਾਂ 'ਤੇ ਬੈਠੇ ਰਹੋ। ਕਿਉਂਕਿ ਕਈ ਲੋਕੀ ਸੋਚਦੇ ਕਿ ਕੱਪੜੇ ਪਾਇਆ ਰੱਬ ਨਹੀਂ ਮਿਲੇਗਾ। ਦੇਖਦੇ ਤੁਸੀਂ ਆਪਣੇ 'ਚ ਵੀ ਕਈ ਲੋਕ ਨੰਗੇ ਪੈਰੀ ਤੁਰਨ 'ਚ ਬੜਾ ਮਾਣ ਮਹਿਸੂਸ ਕਰਦੇ, ਸੈ ਜੁੱਤੀ ਪਾਇਆ ਰੱਬ ਹੀ ਨਾਰਾਜ਼ ਹੋ ਜਾਏਗਾ। ਹਾਲਾਂਕਿ ਗੁਰਬਾਣੀ ਕਹਿੰਦੀ ਪੱਗ ਉੱਪੇ ਤਾਣਾ, ਆਪਣਾ ਕੀਆ ਖਮਾਣਾ।
पग महना पैर, पैरों नंगा तुरिया फिरेगा तो तू अपना किता आप कमा, तेनू ठंड लग गई, किते पैर नू कोई गंदगी लग के बीमारी लग गई, अपना किता आप कमा। कई कहते पैदल ही तुर के जाना, अपने च भी नहीं कई इहो जे प्रेमी, पैदल हजूर सब जाना। हुण अज जदों साडे कोल आउण जाण दे साधन ने इन्ने, तो फिर आपां उन्हां दा लाभ क्यों ना लईए। उन्ना सी उन्ना चिर जाके ज़्यादा संगत कर लीए, उत्थे बैठ के उन्ना चिर बहुता आनंद माण लीए, सेवा कर लीए। जिहड़ा असीं महीना 2 महीने रस्ते च लगाउणे ने, उन्ना असीं बहुता उत्थे जाके सतसंगत कर लीए। पग उपे ताना अपना किया कमाना, नंगे पैरी फिरदा है तो तू अपना किता आप ही कमाएगा। अन्न नहीं खाएगा, भुखा रहेगा, अपना किता आप ही कमाएगा। रब ने तो अन्न खाण लई दिता है, रब ने तो साधन वरतन लई दिते ने। हुण कई सोचते कि कपड़े नहीं पावांगे तो रब मिल जाएगा, कई सोचते चिट्टे कपड़े पावांगे रब मिल जाएगा, कई सोचते काले कपड़े पावांगे रब मिल जाएगा। कपड़ियां च ही उलझ गया बंदा। तो कई कहते बहुते पावांगे रब मिल जाए, कई कहते नहीं पावांगे रब मिल जाएगा। निर्वस्त्र होकर तुरे फिरते ने। अपने मुल्क च एक पंथ है नांगे साधुआं दा, दुनिया उन्हां दी भी बड़ी पूजा करती, साडे रब नूं मिल गए हुण नंगे तुरे फिरते ने। गुरबाणी कहती जे नंगे रिया रब मिलदा होए ते जानवर ते नंगे रहिंदे, उन्हां नूं पूजो। फिर वो किहड़े कपड़े पाउंदे ने, वो किहड़ी जुत्तियां पाउंदे ने पैरी। गल ये नहीं, गल ते तुहाडी सुरत किन्नी कु रब वाले बने लगी है। सतगुरु जी ने ये सारे प्रचलित कम्मां की चर्चा करके एक गल की, जिथे कहते पाठ पढ़ियो और वेद विचारियो, निवल भयंगम साधे, पंच जना स्यो संग ना छुटकियो, अदक अहंग बुद्ध बाधे। जिन्ने मर्जी धर्म ग्रंथां दा पाठ कर ले, जोगियां वाले साधन कर ले, न्योली आसन कर ले। आ जिहड़ा योगा बड़ा प्रचलित हो गया जी, योगा कीते शरीरक तंदुरुस्ती लैनी है, सवेरे उठ के एक्सरसाइज करया करो, खाण पीण का ध्यान रखो, कोई सैर करया करो, होर बड़ियां एक्सरसाइजां ने। योगा को रब नाल तो नहीं मिला दिंदा, सिर्फ अपने मत नूं प्रचारण दे लई योगा डे बना लिया साडे मुल्क दी गौरमेंट ने, कि साडा प्रभाव लोकां ते पए। उन्हां नूं किरत करन दी गल नहीं करदे कि किरती दा भी कोई दिन होए कि किरत करो, जां कोई ज्ञान दा दिन होए कि ज्ञान दिओ इन्हां नूं। सिर्फ ये है भी बैठ के अपने गुरुद्वारियां च भी उठकां बैठकां शुरू हो गईयां देखा देखी कि शायद योगा नाल ही रब मिल जाएगा। ये भेड़ चाल हुंदी है। सतगुरु जी कहते निवल भयंगम साधे, पंच जना सो संग न छुटक्यो, अदक अहंग बुद्ध बाधे। जो मर्जी कर लो, पंजां विकारां तो मुक्ति नहीं मिलनी इन्हां साधनां दे ने, जो मर्जी कर लो। फिर सतगुरु जी ने पूछिए कोई साधन है भी है? सतगुरु जी कहते हाँ है, हर कीरत साध संगत है, सिर करमन के कर्म। हर कीरत दा कि परमात्मा की सिफत सलाह, परमात्मा के गुण गाउने, ते साध संगत जिथे परमात्मा की विचारधारा वाले लोग बैठे ने उन्हां दे कोल बैठना। इवें कह लो कि श्रेष्ठ जनां दे कोल बैठना, भेखियां पखंडियां की गल नहीं है इत्थे। अज बहुते लोकी सत संगत के जीवन नालों इस करके टुट रहे कि पखंडियां कोल जाके नाराज हो गए, कहते जी सानूं ते मिलिया ही कुछ नहीं उत्थे जाके। सत संगत की जो अहमियत है वो असी समझ नहीं सके। ये गुरु नानक साहब जी ने जे थोड़े जे समय च एडा वड्डा एक आदर्शक समाज बनाया है, तो उहदे पिछे करामात सत संगत दी है कि दोए टाइम सत संगत करया करो। अज साडा वो संगती जीवन बहुत कमज़ोर हो गया है, बहुत घट गया। आप देखते ही हाँ, कोई जग्यासू विरले विरले गुरु की हजूरी च बैठण च माण महसूस करते ने, चाह दे नाल बैठते ने। नहीं तो बहुती आवाजाही है, एक आ गया एक चलिया गया। तो जिहड़े ज़्यादा ने उच्चियां कह लो पदवियां, तो उन्होंने तो आउण की लोड़ ही नहीं, संगत उन्होंने लिए तो है ही नहीं है। वो सोचते असीं तो हुण वड्डे हो ही गए हैं, सानू संगत में जाण की लोड़ ही नहीं है। इस करके साडा कौमी त्रासदी जिहड़ी है जां समाजिक तौर पर जो साडे च रुझान बनी है नीवें जाण दा, उहदा कारण यह है कि साडा संगती जीवन जिहड़ा है वो कमज़ोर हो गया। गुरु साहब जी ने सत संगत नूं बेड़ी नाल तुलना दी, जिवें बेड़ी ते चढ़ के नहीं पूरां दे पूर पार निकल जाते, सत संगत बेड़ी है। सत संगत साडी जिंदगी की इवें रखवाली करती है जिवें चौकीदार साडे महल्ले की राखी करता है। सत संगत इवें है सानू जिंदगी के अंदर मान प्रदान करती, अगवाई करती, जिवें कोई जरनल किसी फौज की अगवाई करता है। इवें सत संगत सानू जिंदगी के अंदर आत्मक पक्ष तो उचिया उठाउंदी है। गुरु बाबा जी कहते जिन्ना रबी प्यारियां ने हर जन छोड़िया सगला आप,
जिन्हां रब दे प्यारियां ने अपने अंदरों अपणत छड़ दिती, पकड़ छड़ दिती, ममता त्याग दिती, जिन्हां ने उन्हां दे त्यागण दा जिहड़ा रस्ता ये सी कि गुर उपदेश साध की संगत बिनस्यो सगल संताप। उन्होंने गुरु का उपदेश सुनिया, वो सत संगत विच आए, सत संगत राही गुरु की बाणी नाल उन्होंने सांझ पाई कि ज्यों ज्यों सत संगत राही परमात्मा दे प्यार जुड़े, उन्होंने अंदरों सारे संताप खत्म हो गए। ये जिहड़े दुख ने संताप ने ये किसी बाहरली चीज़ विच नहीं है। कोई मनुख तुहानू नहीं संताप दे सकता, कोई वस्तु तुहानू नहीं दुखी कर सकती, कोई थां दुखां दा कारण नहीं है, जां ये नहीं कि बाहरी तौर पर पदार्थ वध घट ने तां दुखां दा कारण है। इन्हां चीज़ां नाल संबंध नहीं है दुख दा। दुख दा संबंध साडी सुरत दे नाल है, साडी सुरत दा पੱਧਰ की है। अंदरों असीं ईरखा चां, अंदरों असीं हंकार चां, अंदरों असीं चुगली निंदिया नाल जुड़े हुए हैं, बुराइयां नाल जुड़े हुए हैं, तो असीं भावें सगल सृष्टि दे राजे क्यों ना होईए तो असीं तो कभी सुखी हो ही नहीं सकते। बहुत सारे लोग ने जिन्होंने बहुत कुछ मिले है धरती ते, लेकिन सब कुछ होंदे बड़े बेचैन ने, बड़े दुखी ने। सतगुरु जी कहते कि गुर उपदेश साध की संगत, जदों गुरु की हजूरी च आए, सत संगत विच आए, गुरु के बचन सुने, बिनस्यो सगल संताप, गुरु के बचन राही साडे अंदरों सारे संताप मिट गए। वो संताप की सन? साडे अंदर जिहड़ा वैर भाव सी। देखो जिन्ना चिर असीं मेर तेर विच रवांगे कदी असीं जिंदगी दे अंदर सुखी नहीं हो सकांगे। सुखी होने का फार्मूला गुरु साहिब जी ने कहंदा किड्डा वधिया दिता है कि पर का बुरा ना राखो चेत, तुमको दुख नहीं भाई मीत। तैनूं दुख ही नहीं लगेगा तो दूसरियां दा बुरा ना सोच। हुण जिहड़ी सोच है इनू असीं वधिया किवें बनाईए? सरीरक तौर पर कपड़े असीं वधिया पा ले, चिट्टे पा ले, काले पा ले, अपने जतन नाल पा लैने, लेकिन सोच वधिया किवें करिए? सोच वधिया करना साडे वस दी गल नहीं है। सोच नूं बदलना, मन नूं बदलना कोई सौखा काम नहीं है। इहदे लई घालना दी लोड़ है। यह मन की सोच को एक दिन दी नहीं बनी। बचपन तो जो कुछ असीं सुनते रहे हैं, करते रहे हैं, सोचते रहे हैं, जो कुछ खाते रहे, उदों की साडी सोच बन गई है, उदों के साडे संस्कार बन गए ने। हुण वो जिहड़े साडे संस्कार ने, जिन्हों किरत भी किया गुरबाणी अंदर, उन्होंने बदलने लिए लगातार सत संगत की लोड़ है। कोई बंदा बीमार होए ना, डॉक्टर साहब कहते रोज़ ए एक्सरसाइज करिया कर, रोज़ इस तरीके दे नाल खाना पीना खाया कर। वो लगातार जदों मेहनत करदे ते तंदुरुस्ती आनी शुरू हो जाती है ना। एक दिन च ते तंदुरुस्त नहीं हुंदा, करदे करदे आखिर तंदुरुस्त हो जाता है जो करदा रहे। ये भी एक एक्सरसाइज है, रोज़ सत संगत विच आउणा, रोज़ गुरबाणी प्यार नाल पढ़नी, सुननी जां विचारनी। की होएगा जदों गुरबाणी पढ़ांगे, संगत नाल जुड़ांगे, साडे अंदरों अवगुण मिटणगे, साडे अंदर गुण आउणगे। गुणां नूं सुण के साडे अंदर गुण जिहड़े ने वो प्रगट होणगे। ज्यों ज्यों गुण सुणांगे त्यों त्यों असीं गुणवान बनते जावांगे। देखो किसी बंदे नूं संगीत नहीं आउंदा, बिल्कुल नहीं आउंदा। हर किसी नूं कोई जमदियां थोड़ा आ जांदा संगीत। वो रोज़ सिखदा है उस्ताद कोलों, फिर रोज़ मेहनत करता है, सारे गामा सिखदा सिखदा वो किड्डा वड्डा संगीतकार बन जाता है। एक दिन च नहीं बनता, बड़ी मेहनत तो बाद बनता है। किसी ने लिखारी बनने, लोग लिखता रहे, रोज़ लिखता रहे, लिखता देखता लिखारी बन ही जाता है। तुसी कोई मंजिल तय करनी, सफर ते जाना, एकदम थोड़ा तुसी छू मंत्र मार के उत्थे पहुँच जाओगे। तुरोगे, कदम पुट्टोगे, कदम कदम चलदियां ते कीड़ी भी अपने टिकाने ते पहुँच जाती है। इस करके असी रोज़ सत संगत नाल जुड़ांगे, रोज़ गुरबाणी नाल जुड़ांगे। कई बार असी सोचते हैं कि ये गल्लां शायद संगत विच आउणा, बाणी पढ़नी वाधू जिहियां गल्लां ने, जां जिहड़े बड़े दुखी ने उन्हां लई ने। जी दुखी होवांगे तो चल बाणी पढ़ लांगे। कई तो उडीकदे ने भी दुखी होइए तो बाणी पढ़िए, कोई मुसीबत आए तो बाणी पढ़िए। यही है ना, ज़्यादातर यही है। बाणी दा गुरु दा प्यार नहीं हुंदा ते रब दी रजा च कोई ना कोई बिपता आ गई, फिर आपां कहने चलो जी पाठ करिए, सुखमनी साहिब दे 31 पाठ कर लीए। चंगी गल है पाठ करना, पर असी की उडीकदे हां कि कोई बिपता आए फिर ही पाठ करने ने, फिर ही आपां गुरु कोल जाना है। ये करना चंगी गल है, पर गुरबाणी जिवें रोज़ तंदुरुस्त बंदे नूं रोज़ एक्सरसाइज करनी चाहिए, वो तंदुरुस्त ही रहेगा।
ਤੰਦਰੁਸਤ ਬੰਦੇ ਨੂੰ ਰੋਜ਼ ਸੈਰ ਕਰਨੀ ਚਾਹੀਦੀ, ਐਕਸਰਸਾਈਜ਼ ਕਰਨੀ ਚਾਹੀਦੀ, ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ, ਵਧੀਆ ਬੋਲਣਾ ਚਾਹੀਦਾ, ਵਧੀਆ ਪੜ੍ਹਨਾ ਚਾਹੀਦਾ, ਵਧੀਆ ਸੋਚਣਾ ਚਾਹੀਦਾ, ਚੰਗੇ ਲੋਕਾਂ ਕੋਲ ਬੈਠਣਾ ਚਾਹੀਦਾ, ਉਹ ਤੰਦਰੁਸਤ ਹੀ ਰਹੇਗਾ। ਹੁਣ ਜੇ ਬੰਦਾ ਇਹ ਸੋਚੇ ਕਿ ਚਲੋ ਬਿਮਾਰ ਹੋਵਾਂਗੇ ਤਾਂ ਹੀ ਸੈਰ ਕਰਾਂਗੇ, ਇਹਦੇ ਕੋਈ ਸਿਆਣਪ ਨਹੀਂ ਨਾ, ਇਹਦੇ ਕੋਈ ਸਿਆਣਪ ਨਹੀਂ। ਅਸੀਂ ਉਡੀਕਦੇ ਕਦੋਂ ਬਿਮਾਰ ਹੋਈਏ ਤੇ ਕਦੋਂ ਅਸੀਂ ਫਿਰ ਸੈਰ ਕਰੀਏ, ਕਦੋਂ ਅਸੀਂ ਫਿਰ ਖਾਣ ਪੀਣ ਦਾ ਧਿਆਨ ਰੱਖੀਏ। ਇਸੇ ਤਰੀਕੇ ਨਾਲ ਅਸੀਂ, ਜੇ ਸਾਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ, ਗੁਰੂ ਬਾਬਾ ਜੀ ਕਹਿੰਦੇ ਕਿ ਅਸੀਂ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਉੱਚੇ ਉੱਠਣਾ ਹੈ, ਜਿੱਥੇ ਹੋਣਾ। ਇਹ ਨਹੀਂ ਕਿ ਡਿੱਗਾਂਗੇ ਤੇ ਤਾਂ ਹੀ ਆਪਾਂ ਯਤਨ ਕਰਾਂਗੇ, ਜਿੱਥੇ ਹੋਣੇ ਉਦੋਂ ਅੱਗੇ ਵਧਣ ਲਈ ਆਪਾਂ ਆਏ। ਗੁਰਬਾਣੀ ਦਾ ਬਚਨ, ਅਗਾਹਾਂ ਕੂ ਤਰਾਂਗ ਪਿਛਾਹਾਂ ਫੇਰ ਨਾ ਮੋੜ ਡੜਾ ਬੰਦਿਆ, ਅੱਗੇ ਵੱਧ, ਉੱਚਾ ਉੱਠ। ਅਸੀਂ ਉੱਚੇ ਉੱਠਣ ਲਈ ਆਏ ਹਾਂ। ਜੇ ਰੱਬ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ ਹੈ, ਪਹਿਲੀ ਗੱਲ ਮਨੁੱਖ ਹੀ ਬਣਿਆ ਰਹੇ, ਬੜੀ ਵੱਡੀ ਪ੍ਰਾਪਤੀ ਹੈ। ਮਨੁੱਖ ਹੀ ਬਣਿਆ ਰਹੇ, ਉਹਦੀ ਜ਼ਿੰਦਗੀ ਦੀ ਸਫਲਤਾ ਹੈ। ਪਰ ਮਨੁੱਖ ਨਹੀਂ ਰਹਿੰਦਾ, ਮਨੁੱਖ ਤੇ ਪਸ਼ੂਆਂ ਤੋਂ ਨੀਵਾਂ ਚਲਿਆ ਜਾਂਦਾ ਹੈ। ਗੁਰਬਾਣੀ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਦੀ ਕਰਤੂਤ ਪਸ਼ੂਆਂ ਵਾਲੀ, ਸਰੀਰ ਮਨੁੱਖਾਂ ਵਾਲਾ। ਫਿਰ ਅਸੀਂ ਮਨੁੱਖ ਤੋਂ ਮਹਾਨ ਉੱਤਮ ਬਣਨਾ ਹੈ, ਪਰਮਾਤਮਾ ਬਣਨਾ ਹੈ। ਤੇ ਉਹਦੇ ਲਈ ਗੁਰਬਾਣੀ ਕਹਿੰਦੀ, ਜੇ ਤੁਸੀਂ ਉੱਚੇ ਉੱਠਣਾ ਚਾਹੁੰਦੇ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ। ਅਸੀਂ ਜੋ ਕੁਝ ਵੀ ਕਰਦੇ ਹਾਂ ਨਾ, ਕਾਰੋਬਾਰ ਕਰਦੇ ਹਾਂ, ਤੇ ਹਰ ਬੰਦੇ ਦੀ ਰੀਝ ਹੁੰਦੀ ਕਿ ਆਪਾਂ ਹੋਰ ਅੱਗੇ ਵਧੀਏ, ਕਾਰੋਬਾਰ ਸਾਡਾ ਵਧੀਆ ਹੋਏ, ਆਰਥਿਕ ਤੌਰ ਤੇ ਅਸੀਂ ਉੱਚੇ ਉੱਠੀਏ, ਰੁਤਬਾ ਸਾਡਾ ਵਧੀਆ ਹੋਏ। ਇਹ ਚੰਗੀ ਸੋਚ ਹੈ, ਇਹ ਰੱਬ ਨੇ ਸਾਡੇ ਅੰਦਰ ਰੱਖੀ ਹੈ, ਵਧੀਆ ਸੋਚ ਹੈ। ਪਰ ਜੇ ਅਸੀਂ ਉੱਚੇ ਉੱਠਣੇ ਤੇ ਅਸੀਂ ਰੋਜ਼ ਬਚਤ ਕਰਦੇ ਹਾਂ ਨਾ, ਥੋੜ੍ਹੀ ਜਿਹੀ ਮਿਹਨਤ ਕਰਦੇ ਹਾਂ, ਬਚਤ ਕਰਦੇ ਹਾਂ, ਬੰਦਾ ਸਹਿਜੇ ਅੱਗੇ ਵੱਧਦਾ ਹੀ ਚਲਿਆ ਜਾਂਦਾ ਹੈ। ਭਾਵੇਂ ਉਹ ਐਜੂਕੇਸ਼ਨ ਦੀ ਲਾਈਨ ਹੈ, ਭਾਵੇਂ ਬਿਜ਼ਨਸ ਦੀ ਲਾਈਨ ਹੈ, ਕੁਝ ਵੀ ਹੈ, ਬੰਦਾ ਕਮਾਈ ਕਰਦਾ ਅੱਗੇ ਵੱਧਦਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇੱਦਾਂ, ਲਾਹਾ ਖਟਿਓ ਦਿਹਾੜੀ, ਹਰ ਰੋਜ਼ ਲਾਹਾ ਖਟਿਆ ਕਰੋ, ਹਰ ਰੋਜ਼ ਕਿਰਤ ਕਰਿਆ ਕਰੋ। ਉਹ ਕਿਰਤ ਕੀ ਹੈ ਕਿ ਗੁਰੂ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਇਹ ਰੱਬੀ ਪਿਆਰਿਆਂ ਨੇ ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਕੀਤਾ, ਗੁਰੂ ਕੀ ਮੱਤ ਗ੍ਰਹਿਣ ਕੀਤੀ, ਸਤ ਸੰਗਤ ਨਾਲ ਉਹਨਾਂ ਨੇ ਸਾਂਝ ਪਾਈ, ਤੇ ਗੁਰੂ ਦੇ ਉਪਦੇਸ਼ ਤੇ ਸਤ ਸੰਗਤ ਦੀ ਕਿਰਪਾ ਸਦਕਾ ਬਿਨਸਿਓ ਸਗਲ ਸੰਤਾਪ, ਉਹਨਾਂ ਦੇ ਅੰਦਰੋਂ ਸਾਰੇ ਸੰਤਾਪ ਮਿਟ ਗਏ, ਉਹਨਾਂ ਦੇ ਅੰਦਰੋਂ ਸਾਰੀਆਂ ਚਿੰਤਾਵਾਂ ਮਿਟ ਗਈਆਂ। ਫਿਰ ਉਹਨਾਂ ਦੀ ਅਵਸਥਾ ਕੀ ਬਣ ਗਈ ਕਿ ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ। ਪਹਿਲਾਂ ਅੰਦਰ ਇੱਕ ਭਾਵਨਾ ਸੀ ਕਿ ਇਹ ਮੇਰਾ ਆਪਣਾ ਹੈ ਤੇ ਇਹ ਬਗਾਨਾ ਹੈ, ਇਹ ਮੇਰਾ ਮਿੱਤਰ ਹੈ ਤੇ ਇਹ ਮੇਰਾ ਦੁਸ਼ਮਣ ਹੈ। ਹੁਣ ਜਦੋਂ ਸਤ ਸੰਗਤ ਵਿੱਚ ਆਏ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸਤਿਗੁਰੂ ਜੀ ਕਹਿੰਦੇ ਹੁਣ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ, ਹੁਣ ਤੇ ਸਾਰੀ ਦੁਨੀਆ ਆਪਣੀ ਨਜ਼ਰ ਆਉਂਦੀ ਹੈ। ਪਰ ਇਹ ਪੱਧਰ, ਇਹ ਸੁਰਤ ਦਾ ਲੈਵਲ ਕਦੋਂ ਬਣਿਆ? ਜਦੋਂ ਸਤ ਸੰਗਤ ਵਿੱਚ ਆਏ। ਸਤ ਸੰਗਤ ਨੇ ਸਾਡੇ ਅੰਦਰੋਂ ਪ੍ਰਮਾਤਮਾ ਦੇ ਦੀਦਾਰ ਕਰਾ ਦਿੱਤੇ, ਸਾਡੇ ਅੰਦਰੋਂ ਉਹ ਵੈਰ ਭਾਵ ਖਤਮ ਕਰ ਦਿੱਤਾ, ਔਰ ਉਸ ਨਿਰਵੈਰ ਪ੍ਰਮਾਤਮਾ ਦੇ ਪਿਆਰ ਜੁੜ ਕੇ ਜਿੱਧਰ ਦੇਖਿਆ ਸਾਰੇ ਥਾਵਾਂ ਤੇ ਪ੍ਰਮਾਤਮਾ ਹੀ ਹੈ। ਹੁਣ ਤੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਪ੍ਰਮਾਤਮਾ ਤੋਂ ਬਿਨਾਂ ਤੇ ਕੋਈ ਹਿਰਦਾ ਹੈ ਨਹੀਂ, ਕਿਹਨੂੰ ਮਾੜਾ ਕਹੀਏ, ਕਿਹਨੂੰ ਅਸੀਂ ਦੁਸ਼ਮਣ ਕਹੀਏ। ਸਤਿਗੁਰੂ ਜੀ ਕਹਿੰਦੇ ਹੁਣ ਗੁਰੂ ਦੀ ਕਿਰਪਾ ਸਦਕਾ ਮਿੱਤਰ ਸਤਰ ਪੇਖ ਸਮਤ ਵਿਚਾਰਿਓ। ਮਿੱਤਰ ਸਤਰ ਦਾ ਅਰਥ ਹੁੰਦਾ ਵੈਰੀ ਸ਼ਤਰੂ। ਵੈਰੀਆਂ ਮਿੱਤਰਾਂ ਨੂੰ ਦੇਖ ਕੇ ਹੁਣ ਤੇ ਬਰਾਬਰ ਹੀ ਦੇਖ ਲਿਆ। ਸਮਤ ਮੈਨਾ ਬਰਾਬਰ, ਇੱਕੋ ਜਿਹੇ ਦਿਖ ਰਹੇ ਨੇ ਵੈਰੀ ਮਿੱਤਰ, ਕੋਈ ਬੇਗਾਨਾ ਨਹੀਂ ਨਜ਼ਰ ਆ ਰਿਹਾ, ਸਾਰੇ ਆਪਣੇ ਨਜ਼ਰ ਆ ਰਹੇ ਨੇ। ਸਗਲ ਸੰਭਾਖਣ ਜਾਪ। ਭਾਖਣ ਇੱਕ ਹੁੰਦਾ ਭਾਖਣਾ, ਭਾਖਣਾ ਮੈਨਾ ਬੋਲਣਾ, ਭਾਖਾ ਜਿਹਨੂੰ ਆਪਾਂ ਕਹਿੰਦੇ ਬੋਲੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੰਭਾਖਣ, ਸੰਭਾਖਣ ਦਾ ਅਰਥ ਹੁੰਦਾ ਸ੍ਰੇਸ਼ਟ ਬਚਨ, ਉੱਤਮ ਬਚਨ। ਭਾਖਾ ਮੈਨਾ ਬੋਲੀ, ਸੰਭਾਖਣ ਮੈਨਾ ਉੱਤਮ ਬੋਲੀ, ਚੰਗੇ ਬਚਨ। ਹੁਣ ਸਗਲ ਸੰਭਾਖਣ ਜਾਪ, ਜਦੋਂ ਦਾ ਗੁਰੂ ਕਾ ਉਪਦੇਸ਼ ਸੁਣਿਆ, ਗੁਰੂ ਕੀ ਸੰਗਤ ਵਿੱਚ ਆਏ, ਉਦੋਂ ਦਾ ਮੇਰੇ ਲਈ ਤੇ ਵੈਰੀ ਮਿੱਤਰ ਬਰਾਬਰ ਹੀ ਹੋ ਗਏ, ਕੋਈ ਬੇਗਾਨਾ ਨਹੀਂ ਹੈ। ਹੁਣ ਤੇ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਬੋ। ਸਮੁੱਚੀ ਮਨੁੱਖ ਜਾਤੀ ਮੈਨੂੰ ਇੱਕੋ ਹੀ ਨਜ਼ਰ ਆ ਰਹੀ ਹੈ। ਹੁਣ ਕੋਈ ਹਿੰਦੂ, ਤੁਰਕ, ਰਾਫਜੀ, ਇਮਾਮ ਸਾਫੀ ਦਾ ਫਰਕ ਨਜ਼ਰ ਨਹੀਂ ਆ ਰਿਹਾ, ਸਾਰੇ ਰੱਬ ਦੇ ਇਨਸਾਨ ਨਜ਼ਰ ਆ ਰਹੇ ਨੇ।
ਇਹ ਸਤ ਸੰਗਤ ਦੀ ਕਰਾਮਾਤ ਹੈ। ਸਤ ਸੰਗਤ ਤੁਹਾਡੀ ਦ੍ਰਿਸ਼ਟੀ ਨੂੰ ਬਦਲੇਗੀ, ਤੁਹਾਡੀ ਸੋਚ ਨੂੰ ਬਦਲੇਗੀ। ਤੇ ਸਾਹਿਬ ਜੀ ਕਹਿੰਦੇ ਹੁਣ ਸਗਲ ਸੰਭਾਖਣ ਜਾਪ, ਭਾਖਣ ਮੈਂ ਨਾ ਬੋਲੀ, ਹੁਣ ਜੋ ਵੀ ਮੈਂ ਬੋਲਦਾ ਹਾਂ ਨਾ, ਹਰ ਬੋਲ ਦੇ ਵਿੱਚੋਂ ਪ੍ਰਮਾਤਮਾ ਦਾ ਜਾਪ ਹੋ ਰਿਹਾ, ਹਰ ਬੋਲ ਦੇ ਵਿੱਚੋਂ। ਪਹਿਲਾਂ ਮੇਰੇ ਬੋਲ ਹੰਕਾਰ ਵਾਲੇ ਸਨ, ਹਰ ਬੋਲ ਦੇ ਵਿੱਚੋਂ ਮੈਂ ਹੀ ਮੈਂ ਕਰਦਾ ਸਾਂ, ਹਰ ਗੱਲ ਦੇ ਵਿੱਚੋਂ ਹੰਕਾਰ ਪ੍ਰਗਟ ਹੁੰਦਾ ਸੀ, ਹਰ ਗੱਲ ਦੇ ਵਿੱਚੋਂ ਵਿਕਾਰ ਪ੍ਰਗਟ ਹੁੰਦੇ ਸਨ, ਦੂਜਿਆਂ ਦਾ ਦਿਲ ਦਿਖਾਉਣ ਦੀਆਂ ਗੱਲਾਂ ਮੈਂ ਕਰਦਾ ਸਾਂ। ਪਰ ਹੁਣ ਸਗਲ ਸੰਭਾਖਣ ਜਾਪ, ਹੁਣ ਜੋ ਕੁਝ ਵੀ ਮੈਂ ਬੋਲਦਾ ਹਾਂ, ਮੇਰਾ ਹਰ ਬੋਲ ਜਿਹੜਾ ਉਹ ਪ੍ਰਮਾਤਮਾ ਦਾ ਸਿਮਰਨ ਬਣ ਗਿਆ। ਪਰ ਕਦੋਂ ਬਣਿਆ? ਜਦੋਂ ਸਤ ਸੰਗਤ ਨਾਲ ਸਾਂਝ ਪਾਈ। ਪਹਿਲਾਂ ਮੈਂ ਮੇਰੀ ਦੇ ਚੱਕਰ ਵਿੱਚ ਸਾਂ। ਗੱਲ ਸਤਿਗੁਰੂ ਜੀ ਰੱਬ ਦੇ ਪਿਆਰਿਆਂ ਦੀ ਕਰਕੇ ਦੱਸ ਰਹੇ ਨੇ ਕਿ ਜਿਵੇਂ ਰੱਬ ਦੇ ਪਿਆਰਿਆਂ ਨੇ ਆਪਣਾ ਆਪ ਤਿਆਗ ਦਿੱਤਾ, ਹਰ ਜਨ ਛੋੜਿਆ ਸਗਲਾ ਆਪ, ਸਾਰੀ ਆਪਣਤ ਆਪਣੇ ਅੰਦਰੋਂ ਖਤਮ ਕਰ ਦਿੱਤੀ, ਆਪਣੇ ਅੰਦਰੋਂ ਮੇਰ ਤੇ ਮੇੜ ਦਿੱਤੀ। ਸਤਿਗੁਰੂ ਜੀ ਕਹਿੰਦੇ ਹੈ ਵਾਹਿਗੁਰੂ ਜੀ ਤਿਵੇਂ ਮੈਨੂੰ ਵੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ। ਰੱਬ ਦੇ ਪਿਆਰੇ ਜੁੜੇ ਨੇ, ਰੱਬ ਦੇ ਪਿਆਰ ਸਤ ਸੰਗਤ ਰਾਹੀਂ, ਗੁਰੂ ਕੇ ਬਚਨਾਂ ਰਾਹੀਂ। ਸਤ ਸੰਗਤ ਤੇ ਗੁਰੂ ਕੇ ਬਚਨਾਂ ਰਾਹੀਂ ਉਹਨਾਂ ਨੂੰ ਸਮੁੱਚੀ ਮਾਨਵਤਾ ਹੀ ਰੱਬ ਦਾ ਰੂਪ ਨਜ਼ਰ ਆਉਣ ਲੱਗ ਪਈ। ਉਹਨਾਂ ਦੇ ਬਚਨਾਂ ਵਿੱਚ ਹਰ ਬੋਲ ਰੱਬ ਦੀ ਬੰਦਗੀ ਬਣ ਗਿਆ। ਪਹਿਲਾਂ ਤੇ ਰੱਬ ਨੂੰ ਚੇਤੇ ਕਰਨ ਦੇ ਲਈ ਮੈਂ ਉਚੇਚਾ ਯਤਨ ਕਰਦਾ ਸਾਂ, ਟਾਈਮ ਕੱਢਦਾ ਸਾਂ, ਉਚੇਚੇ ਤੌਰ ਤੇ ਬੈਠਦਾ ਸਾਂ। ਹੁਣ ਤੇ ਹਰ ਵੇਲੇ ਉਠਤ ਬੈਠਤ ਸੋਬਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਈ ਹੈ, ਸਰਵਨ ਸੁਣੀਜੇ ਅੰਮ੍ਰਿਤ ਕਥਾ। ਹੁਣ ਤੇ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਮੈਂ ਰੱਬ ਨੂੰ ਹੀ ਚੇਤੇ ਕਰਦਾ ਹਾਂ। ਹੁਣ ਤੇ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਹੁਣ ਤੇ ਉੱਠਦਿਆਂ ਬੈਠਦਿਆਂ ਮੈਨੂੰ ਕੋਈ ਫਿਕਰ ਹੀ ਕੋਈ ਨਹੀਂ, ਕਿਉਂਕਿ ਹਮੇਸ਼ਾ ਪਰਮਾਤਮਾ ਹੀ ਮੇਰੇ ਅੰਗ ਸੰਗ ਹੈ, ਪਰਮਾਤਮਾ ਹੀ ਮੇਰੇ ਨਾਲ ਹੈ। ਗੁਰੂ ਸਾਹਿਬ ਜੀ ਕਹਿੰਦੇ ਹੁਣ ਸਗਲ ਸੰਭਾਖਣ ਜਾਪ, ਹੁਣ ਤੇ ਮੇਰੀ ਜ਼ਿੰਦਗੀ ਦਾ ਹਰ ਬੋਲ ਜਿਹੜਾ ਹੈ ਨਾ ਉਹ ਰੱਬ ਦਾ ਸਿਮਰਨ ਬਣ ਗਿਆ। ਪਹਿਲਾਂ ਮੇਰਾ ਹਰ ਬੋਲ ਅਹੰਕਾਰ ਦਾ ਪ੍ਰਤੀਕ ਸੀ, ਮੇਰੀ ਹੀ ਕਰਦਾ ਸੀ, ਹਰ ਗੱਲ ਤੇ ਮੈਂ ਹੀ ਕਰਦਾ ਫਿਰਦਾ ਸੀ। ਪਰ ਹੁਣ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਰੱਬ ਦਾ ਪਿਆਰਾ ਕਹਿੰਦਾ ਕਿ ਮੇਰਾ ਕੁਝ ਨਹੀਂ ਹੈ, ਇਹ ਜੋ ਕੁਝ ਹੈ ਪ੍ਰਮਾਤਮਾ ਦਾ ਹੈ। ਉਹ ਜ਼ਿੰਦਗੀ 'ਚ ਜੇ ਕੁਝ ਕਰਦਾ, ਜੇ ਕੁਝ ਵਡਿਆਈ ਬਣਦੀ, ਉਹ ਨਹੀਂ ਕਹਿੰਦਾ ਕਿ ਮੈਂ ਕਰਦਾ ਹਾਂ। ਉਹ ਕਹਿੰਦਾ ਹੈ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ। ਨਾ ਮੈਂ ਕੀਤਾ ਨਾ ਕਰ ਸਕਦਾ, ਨਾ ਮੇਰੇ ਸਰੀਰ ਵਿੱਚ ਕਰਨ ਦੀ ਕੋਈ ਸਮਰੱਥ ਹੈ। ਕਿਆ ਜਾਣੋ ਕਿ ਸ਼ਾਰ ਕੀਆ ਭਇਓ ਕਬੀਰ ਕਬੀਰ। ਇਹ ਤੇ ਵਾਹਿਗੁਰੂ ਜੀ ਦਾ ਚੋਜ ਹੈ। ਪਰਮਾਤਮਾ ਨੇ ਕਿਵੇਂ ਵਡਿਆਈ ਦਿੱਤੀ ਹੈ ਮੈਨੂੰ, ਇਹ ਤੇ ਪਰਮਾਤਮਾ ਦਾ ਚੋਜ ਹੈ। ਇਸ ਕਰਕੇ ਇਹ ਅਵਸਥਾ ਬਣੀ ਸਤ ਸੰਗਤ ਰਾਹੀਂ। ਜਿਹੜੇ ਵੀ ਧਰਤੀ ਦੇ ਉੱਪਰ ਮਹਾਨ ਪੁਰਖ ਹੋਏ ਨੇ, ਉਹਨਾਂ ਦੀ ਮਹਾਨਤਾ ਦਾ ਕਾਰਨ ਸਤ ਸੰਗਤ ਤੇ ਸਿਮਰਨ ਹੈ। ਗੁਰੂ ਅਰਜਨ ਸਾਹਿਬ ਜੀ ਨੇ ਆਸਾ ਰਾਗ ਅੰਦਰ ਭਗਤ ਜਿਨ੍ਹਾਂ ਦੀ ਮਹਿਮਾ ਗਾਇਨ ਕਰਦੇ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਹੈ। ਰਾਗ ਆਸਾ ਵਿੱਚ ਜਿੱਥੇ ਬਾਬਾ ਧੰਨਾ ਜੀ ਦੇ ਬਚਨ ਨੇ, ਉਹਨਾਂ 'ਚ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਧੰਨਾ ਜੀ ਦੇ ਨਾਮ ਹੇਠ ਉਚਾਰਨ ਕੀਤਾ ਹੈ। ਜਿੱਥੇ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਤਨਨਾ ਬੁਨਨਾ ਤਿਆਗ ਕੇ ਪ੍ਰੀਤ ਰਨ ਕਬੀਰਾ, ਨੀਚ ਕੁਲਾਂ ਜੁਲਾਹ ਰੋ ਪਇਓ ਗੁਣੀ ਗਹੀਰਾ, ਰਵਿਦਾਸ ਟਵੰਟਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਤਿਨ ਦਰਸ਼ਨ ਪਾਇਆ। ਭਗਤ ਰਵਿਦਾਸ ਸਾਹਿਬ ਜੀ ਸਾਧ ਸੰਗਤ ਰਾਹੀਂ ਪ੍ਰਗਟ ਹੋ ਗਏ। ਬਾਬਾ ਕਬੀਰ ਸਾਹਿਬ ਜੀ ਪਰਮਾਤਮਾ ਦਾ ਸਿਮਰਨ ਸਤ ਸੰਗਤ ਰਾਹੀਂ ਕਰਕੇ ਮਹਾਨ ਬਣ ਗਏ। ਨਾਮਦੇਵ ਜੀ ਮਹਾਨ ਬਣ ਗਏ। ਜਿੰਨੇ ਵੀ ਭਗਤ ਨੇ ਉਹ ਸਤ ਸੰਗਤ ਰਾਹੀਂ ਉੱਚੇ ਉੱਠੇ ਨੇ। ਤੇ ਗੁਰਬਾਣੀ ਕਹਿੰਦੀ ਕਿ ਆਪਾਂ ਵੀ ਜ਼ਿੰਦਗੀ 'ਚ ਤਾਂ ਹੀ ਸੰਤਾਪ ਤੋਂ ਮੁਕਤ ਹੋ ਸਕਾਂਗੇ। ਸੰਤਾਪ ਸਾਡੀ ਸੁਰਤ ਵਿੱਚ ਹੈ। ਸੰਤਾਪ ਜਿਹੜਾ ਹੈ ਉਹ ਸਾਡੀ ਸੁਰਤ ਵਿੱਚ ਹੈ। ਉਹ ਸੁਰਤ ਸਾਡੀ ਤਾਂ ਹੀ ਮੁਕਤ ਹੋਏਗੀ ਜੇ ਸਾਡੀ ਸੁਰਤ ਪਵਿੱਤਰ ਹੋਏਗੀ, ਸੁਰਤ ਰੱਬ ਦੇ ਪਿਆਰ ਵਿੱਚ ਜੁੜੇਗੀ। ਗੁਰਦੇਵ ਜੀ ਨੇ ਬਚਨ ਕਿ ਤਬਤ ਬੂਝੀ ਸੀਤਲ ਆਗਾਨੇ, ਸੁਨ ਅਨਹਦ ਬਿਸਮ ਪਹਿ ਬਿਸਮਾਦ। ਜਦੋਂ ਦਾ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਿਆ ਨਾ, ਮੇਰੇ ਅੰਦਰੋਂ ਅਗਨੀ ਮਿਟ ਗਈ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰੂ ਨਿਸਤਾਰਾ। ਸਾਰੀ ਦੁਨੀਆ ਅੱਗ ਦੇ ਸਮੁੰਦਰ ਵਿੱਚ ਡੁੱਬ ਰਹੀ ਹੈ। ਅੰਦਰ ਵੀ ਅੱਗ ਹੈ ਸਾਡੇ। ਇੱਕ ਅੱਗ ਨਹੀਂ ਹੈ, ਸਗੋਂ 5 ਤਰ੍ਹਾਂ ਦੀ ਅੱਗ ਹੈ।
ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗਰੀ। ਪੰਜ ਤਰ੍ਹਾਂ ਦੀ ਅੱਗ ਸਾਡੇ ਅੰਦਰ ਲੱਗੀ ਹੋਈ ਹੈ। ਹੰਕਾਰ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀ ਅੱਗ ਹੈ, ਮੋਹ ਦੀ ਅੱਗ ਹੈ, ਕਾਮ ਦੀ ਅੱਗ ਹੈ। ਇਹ ਪੰਜ ਤਰ੍ਹਾਂ ਦੀ ਅੱਗ ਸਾਨੂੰ ਅੰਦਰੋਂ ਛਾੜ ਰਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਅੱਗ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਸਤ ਸੰਗਤ। ਗੁਰੂ ਅਰਜਨ ਦੇਵ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ 'ਚ ਗੁਰਸਿੱਖ ਆਏ, ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਕੀਤੀ, ਮਹਾਰਾਜ ਜੀ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਦੇਖੋ ਗੁਰਬਾਣੀ ਦਾ ਇੱਕ ਬਚਨ ਕਿ ਕੱਲ ਤਾਤੀ ਠੰਡਾ ਹਰ ਨਾਉ। ਦੁਨੀਆ ਦੀ ਹਰ ਚੀਜ਼ ਹੀ ਤਤੀ ਹੈ। ਤੁਸੀਂ ਜਿੱਧਰ ਜਾਓਗੇ ਤੁਹਾਡੇ ਅੰਦਰ ਅਹੰਕਾਰ ਹੀ ਪੈਦਾ ਹੋਏਗਾ, ਤੁਹਾਡੇ ਅੰਦਰ ਤ੍ਰਿਸ਼ਨਾ ਹੀ ਪੈਦਾ ਹੋਏਗੀ ਜਿਸ ਵੀ ਚੀਜ਼ ਦੇ ਨਾਲ ਜੁੜੋਗੇ। ਤੇ ਸਿੱਖ ਕਹਿੰਦੇ ਮਹਾਰਾਜ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਸਤਿਗੁਰੂ ਜੀ ਨੇ ਇੱਕ ਗੱਲ ਕੀ ਬੜੀ ਸੋਹਣੀ, ਜੰਗਲ ਨੂੰ ਅੱਗ ਲੱਗ ਜਾਂਦੀ ਹੈ ਨਾ, ਗਰਮੀਆਂ ਦਿਨਾਂ 'ਚ ਅਕਸਰ ਆਪਾਂ ਦੇਖਦੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਕੁਝ ਕੁਦਰਤੀ ਲੱਗ ਜਾਂਦੀ, ਕੁਝ ਲਾ ਦਿੰਦੇ ਨੇ ਗੁਜਰ ਗਜਰ, ਕਿਉਂਕਿ ਉਹ ਥੱਲੇ ਜਿਹੜਾ ਇੱਧਰ ਉੱਧਰ ਕੂੜਾ ਕਰਕਟ ਹੁੰਦਾ ਸੜ ਜਾਂਦਾ, ਫਿਰ ਨਵਾਂ ਘਾਹ ਉੱਗ ਪੈਂਦਾ ਹੈ। ਕੁਦਰਤ ਵੀ ਲਗਾ ਦਿੰਦੀ ਅੱਗ। ਜਦੋਂ ਦਰਖਤ ਨਾਲ ਦਰਖਤ ਖਹਿੰਦੇ ਨੇ, ਹਨੇਰੀਆਂ ਹੁੰਦੀਆਂ ਨੇ, ਤੇ ਦਰਖਤਾਂ 'ਚੋਂ ਹੀ ਅੱਗ ਪੈਦਾ ਹੋ ਜਾਂਦੀ ਹੈ। ਉਹ ਫਿਰ ਜਦੋਂ ਅੱਗ ਲੱਗਦੀ ਹੈ ਤੇ ਜਿਹੜੇ ਜੰਗਲ ਦੇ ਵਿੱਚ ਜੀਵ ਜੰਤੂ ਹੁੰਦੇ ਨੇ, ਪਸ਼ੂ ਪੰਛੀ ਹੁੰਦੇ ਨੇ, ਉਹ ਸੜਨੇ ਸ਼ੁਰੂ ਹੁੰਦੇ ਨੇ। ਉਹਨਾਂ 'ਚੋਂ ਭੱਜ ਕੇ ਕਈ ਨੇੜੇ ਤਕਰੀਬਨ ਕਿਤੇ ਨਾ ਕਿਤੇ ਕੋਈ ਦਰਿਆ, ਕਿਤੇ ਨਾ ਕਿਤੇ ਕੋਈ ਝੀਲ ਹੁੰਦੀ ਹੈ ਜੰਗਲ 'ਚ, ਉੱਧਰ ਨੂੰ ਭੱਜਦੇ ਨੇ ਸ਼ੀਤਲਤਾ ਪ੍ਰਾਪਤ ਕਰਨ ਦੇ ਲਈ, ਠੰਡ ਪ੍ਰਾਪਤ ਕਰਨ ਦੇ ਲਈ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇੱਦਾਂ ਇਹ ਜਗਤ ਜੰਗਲ ਹੈ, ਇਹਨੂੰ ਤੇ ਅੱਗ ਲੱਗੀ ਪਈ ਹੈ। ਜਿੱਧਰ ਵੀ ਦੇਖੋ, ਬਾਬਾ ਕਬੀਰ ਫਰੀਦ ਸਾਹਿਬ ਜੀ ਨੇ ਕਿਹਾ ਸੀ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਹਰ ਹਿਰਦੇ 'ਚ ਅੱਗ ਹੈ, ਹਰ ਘਰ 'ਚ ਅੱਗ ਹੈ ਦੁੱਖਾਂ ਦੀ। ਸਤਿਗੁਰੂ ਜੀ ਕਹਿੰਦੇ ਜਿਵੇਂ ਜੰਗਲ ਦੇ ਪਸ਼ੂ ਅੱਗ ਲੱਗੇ ਤੇ ਬਚਣ ਦੇ ਲਈ ਸਰੋਵਰ ਜਾਂ ਨਹਿਰ ਜਾਂ ਕਿਸੇ ਦਰਿਆ ਵੱਲ ਨੂੰ ਭੱਜਦੇ ਨੇ, ਬਿਲਕੁਲ ਜੰਗਲ ਨੂੰ, ਇਸ ਸੰਸਾਰ ਨੂੰ ਅੱਗ ਲੱਗੀ ਹੋਈ ਹੈ। ਤੇ ਇੱਥੇ ਜੇ ਤੁਸੀਂ ਸ਼ੀਤਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਉਹ ਇੱਕੋ ਇੱਕ ਥਾਂ ਹੈ ਸਤ ਸੰਗਤ। ਸਤ ਸੰਗਤ ਦੇ ਨਾਲ ਸਾਂਝ ਪਾ ਲਓ। ਸਤ ਸੰਗਤ ਵਿੱਚ ਆ ਕੇ ਸੁਰਤ ਪ੍ਰਮਾਤਮਾ ਦੇ ਪਿਆਰ ਵਿੱਚ ਜੋੜ ਲਓ। ਗੁਰੂ ਬਾਬਾ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ ਤਬਤ ਬੁਝੀ ਸ਼ੀਤਲ ਆਗਾਨੇ, ਸੁਨ ਅਨਹਦ ਬਿਸਮ ਪਹਿ ਬਿਸਮਾਦ। ਜਦੋਂ ਸਤ ਸੰਗਤ ਵਿੱਚ ਆਏ, ਸੁਰਤ ਗੁਰੂ ਕੇ ਬਚਨਾਂ ਨਾਲ ਜੋੜੀ ਤੇ ਗੁਰੂ ਕੇ ਬਚਨ ਸੁਣਦਿਆਂ ਹੀ, ਜੁੜਦਿਆਂ ਹੀ ਮਨ ਦੇ ਵਿੱਚ ਸ਼ੀਤਲਤਾ ਆ ਗਈ। ਗੁਰੂ ਕੇ ਬਚਨ ਇਵੇਂ ਕਹਿ ਲਓ ਜਲ ਦੀ ਨਿਆਈ ਨੇ, ਜਿਨ੍ਹਾਂ ਨੇ ਅੰਦਰ ਠੰਡਾ ਠਾਰ ਕਰ ਦਿੱਤਾ। ਅੰਦਰ ਜਿਹੜੀ ਤਪਤ ਸੀ ਨਾ, ਉਹ ਬੁਝਣੀ ਸ਼ੁਰੂ ਹੋ ਗਈ। ਸਤਿਗੁਰੂ ਜੀ ਕਹਿੰਦੇ ਨੇ ਸ਼ੀਤਲ ਆਗਾਨੇ, ਮਨ ਸ਼ੀਤਲ ਹੋ ਗਿਆ। ਆਗਾਨੇ ਦਾ ਅਰਥ ਰੱਜ ਗਿਆ, ਤ੍ਰਿਪਤ ਹੋ ਗਿਆ। ਸੁਣ ਅਨਹਦ ਬਿਸਮ ਪਹਿ ਬਿਸਮਾਦ। ਗੁਰੂ ਕੇ ਬਚਨਾਂ ਰਾਹੀਂ ਜਦੋਂ ਸੁਰਤ ਇਕਾਗਰ ਹੋਈ ਤੇ ਉਹ ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜਦੋਂ ਮਨ ਜੁੜਿਆ, ਸਾਡੇ ਅੰਦਰ ਜੋ ਰੱਬੀ ਨਾਦ ਚੱਲ ਰਿਹਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਚਲਾ ਰਹੀ ਹੈ, ਜਦੋਂ ਉਹਦੇ ਵਿੱਚ ਮਨ ਜੁੜਿਆ, ਸੁਣ ਅਨਹਦ ਬਿਸਮ ਪਹਿ ਬਿਸਮਾਦ। ਅਨਹਦ ਦੋ ਤਰ੍ਹਾਂ ਦੇ ਨਾਦ ਨੇ, ਇੱਕ ਆਹਤ ਨਾਦ, ਇੱਕ ਅਨਾਹਤ ਨਾਦ। ਅਨਹਦ ਨਾਦ ਜਿਹਨੂੰ ਆਪਾਂ ਕਹਿੰਦੇ ਹਾਂ, ਦੁਨੀਆ ਦੀ ਹਰ ਆਵਾਜ਼ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦੀ ਹੈ। ਸਾਜ਼ ਵਜਾਉਂਦੇ ਆ ਨਾ, ਤਬਲੇ ਤੇ ਹੱਥ ਵੱਜਦਾ ਤਾਂ ਹੀ ਆਵਾਜ਼ ਆਉਂਦੀ ਹੈ। ਵਾਜੇ ਦੇ ਵਿੱਚ ਪੱਖੇ ਰਾਹੀਂ ਹਵਾ ਅਸੀਂ ਭੇਜਦੇ ਹਾਂ, ਉਹ ਸੁਰਾਂ ਨੂੰ ਟੱਚ ਕਰਦੀ ਤਾਂ ਆਵਾਜ਼ ਆਉਂਦੀ ਹੈ। ਕੋਈ ਵੀ ਸਾਜ਼ ਹੈ, ਕੋਈ ਵੀ ਆਵਾਜ਼ ਹੈ, ਅਸੀਂ ਬੋਲਦੇ ਹਾਂ, ਸਾਡੀ ਜੀਭ ਕਦੀ ਦੰਦਾਂ ਨੂੰ ਲੱਗਦੀ, ਕਦੀ ਤਾਲੂ ਨੂੰ ਲੱਗਦੀ, ਤਾਂ ਆਵਾਜ਼ ਨਿਕਲਦੀ ਹੈ, ਉੱਦਾਂ ਨਿਕਲੇਗੀ ਨਹੀਂ। ਦੁਨੀਆ ਦੀ ਹਰ ਆਵਾਜ਼ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦੀ ਹੈ, ਲੇਕਿਨ ਇੱਕ ਆਵਾਜ਼ ਹੈ ਜਿੱਥੇ ਕਿਸੇ ਟਕਰਾਅ ਦੀ ਰੋਜ਼ ਨਹੀਂ, ਜਿਹੜੀ ਹਮੇਸ਼ਾ ਚੱਲਦੀ ਹੈ, ਜਿਹਦੀ ਗੱਲ ਕੀਤੀ ਭਗਤ ਜੀ ਨੇ, ਅਣਮੜਿਆ ਮੰਦਲ ਬਾਜੇ, ਬਿਨ ਸਾਵਣ ਕਨਹਰ ਗਾਜੇ, ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰੇ ਕੋਈ। ਜਦੋਂ ਕੋਈ ਤਤ ਨੂੰ ਜਾਣ ਲੈਂਦਾ, ਉੱਥੇ ਫਿਰ ਉਹਨੂੰ ਬੋਲ ਕੇ ਰੱਬ ਦਾ ਨਾਮ ਜਪਣ ਦੀ ਲੋੜ ਨਹੀਂ ਹੈ। ਉਹਦੇ ਅੰਦਰ ਹੀ ਸਿਮਰਨ, ਰੱਬ ਦਾ ਪਿਆਰ ਅੰਦਰ ਹੀ ਵਸਿਆ ਰਹਿੰਦਾ। ਉਹਦੇ ਅੰਦਰ ਜਿਹੜੀ ਰੱਬੀ ਰੌਂ ਹੈ, ਜਿਹਨੂੰ ਆਪਾਂ ਸ਼ਬਦ ਕਹਿੰਦੇ, ਵਿਆਪਕ ਹੈ, ਨਾਦ ਕਹਿੰਦੇ ਆਪਾਂ, ਉਹ ਮਨੁੱਖ ਦੇ ਅੰਦਰੋਂ ਸੁਣਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਬਾਹਰ ਦੀਆਂ ਆਵਾਜ਼ਾਂ 'ਚ ਹੀ ਇੰਨਾ ਗਵਾਚ ਗਿਆ ਕਿ ਉਹਨੂੰ ਆਪਣੀ ਅੰਦਰ ਦੀ ਆਵਾਜ਼ ਹੀ ਨਹੀਂ ਸੁਣਦੀ। ਬਾਹਰ ਦੀਆਂ ਆਵਾਜ਼ਾਂ ਦੇ ਵਿੱਚ ਇੰਨਾ ਘਿਰ ਚੁੱਕਾ ਹੈ ਮਨੁੱਖ, ਔਰ ਇੰਨੀਆਂ ਉੱਚੀਆਂ ਆਵਾਜ਼ਾਂ ਆਪਾਂ ਦੇਖਦੇ ਹੀ ਹਾਂ।
ਉਹਦੇ ਕੋਲ ਇਕਾਂਤ, ਉਹਦੇ ਕੋਲ ਕਿਤੇ ਇਹੋ ਜਿਹੀ ਥਾਂ ਹੀ ਨਹੀਂ ਕਿ ਆਪਣੇ ਅੰਦਰ ਨੂੰ ਉਹ ਸੁਣ ਸਕੇ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਸਕੇ, ਅੰਦਰ ਜੋ ਕੁਝ ਹੋ ਰਿਹਾ ਉਹਨੂੰ ਸੁਣ ਸਕੇ। ਸੰਗਤ ਵਿੱਚ ਬੈਠਣ ਦਾ ਭਾਵ ਹੀ ਇਹ ਹੈ ਕਿ ਅਸੀਂ ਗੁਰੂ ਕੀ ਬਾਣੀ ਦੇ ਰਾਹੀਂ ਆਪਣੇ ਅੰਦਰ ਉਤਰ ਸਕੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆ ਕੇ ਉਹ ਅਨਹਦ ਨਾਦ ਸੁਣਿਆ, ਪਰਮਾਤਮਾ ਦੇ ਨਾਮ ਦੀ ਗੱਲ ਸੁਣੀ, ਫਿਰ ਕੀ ਹੋਇਆ? ਬਿਸਮ ਭੈ ਬਿਸਮਾਦ। ਬਿਸਮ ਦਾ ਅਰਥ ਹੁੰਦਾ ਹੈ ਹੈਰਾਨ। ਇੱਕ ਹੁੰਦਾ ਹੈਰਾਨ ਹੋਣਾ, ਹੈਰਾਨ ਤੋਂ ਅਗਲੀ ਅਵਸਥਾ ਜਿੱਥੇ ਜਾ ਕੇ ਮਨੁੱਖ ਕੁਝ ਬੋਲ ਹੀ ਨਾ ਸਕੇ, ਜੋ ਕੁਝ ਦੇਖਿਆ ਉਹਨੂੰ ਬਿਆਨ ਹੀ ਨਾ ਕਰ ਸਕੇ, ਬਿਸਮਾਦ ਵਿੱਚ ਚਲਿਆ ਜਾਏ। ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਇਹ ਅਵਸਥਾ ਦਾ ਤੇ ਉਹਨੂੰ ਪਤਾ ਹੈ ਜਿਹਨੇ ਇਸ ਰਸ ਨੂੰ ਮਾਣਿਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਉੱਚੀ ਕਹਿਣ ਨਾ ਜਾਈ। ਗੂੰਗਾ ਹੁੰਦਾ ਨਾ, ਗੂੰਗਾ ਗੁੜ ਖਾ ਕੇ ਉਹਦਾ ਸਵਾਦ ਕਿਵੇਂ ਦੱਸੇਗਾ? ਉਹਦੇ ਕੋਲ ਜੀਭ ਨਹੀਂ ਹੈ ਦੱਸਣ ਦੇ ਲਈ, ਬੋਲ ਨਹੀਂ ਹੈ ਉਹਦੇ ਕੋਲ ਦੱਸਣ ਲਈ। ਇਸ ਕਰਕੇ ਬਿਸਮਾਦ ਦੀ ਅਵਸਥਾ ਜਿਹੜੀ ਹੈ, ਅਸੀਂ ਕੋਈ ਬਹੁਤ ਸੁੰਦਰ ਚੀਜ਼ ਦੇਖਦੇ ਹਾਂ, ਅਲੌਕਿਕ ਜੀ ਚੀਜ਼ ਦੇਖਦੇ ਹਾਂ ਤੇ ਸਾਡੇ ਮੂੰਹ ਤੋਂ ਨਿਕਲਦਾ ਵਾਹ। ਉਹ ਵਾਹ ਜਿਹੜਾ ਨਾ ਉਹੀ ਵਿਸਮਾਦ ਵੱਲ ਨੂੰ ਸਾਨੂੰ ਲੈ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਜਦੋਂ ਸਤ ਸੰਗਤ ਰਾਹੀਂ ਸਾਡੀ ਸੁਰਤ ਜੁੜੀ, ਪਰਮਾਤਮਾ ਦੇ ਪਿਆਰ ਜੁੜੇ, ਸਾਡੇ ਅੰਦਰ ਸ਼ੀਤਲਤਾ ਆਈ, ਸਾਡੇ ਅੰਦਰੋਂ ਅੱਗ ਤ੍ਰਿਸ਼ਨਾ ਮਿਟ ਗਈ, ਭਟਕਣਾ ਮੁੱਕ ਗਈ। ਹੁਣ ਸੁਣ ਅਨਹਦ ਬਿਸਮ ਭੈ ਬਿਸਮਾਦ। ਆਪਣੇ ਅੰਦਰੋਂ ਉਸ ਅਨਹਦ ਸ਼ਬਦ ਨੂੰ ਸੁਣ ਕੇ ਨਾ ਅਸੀਂ ਬਿਸਮਾਦ ਵਿੱਚ ਚਲੇ ਗਏ, ਉਸ ਰਸ ਵਿੱਚ ਜਿਹਨੂੰ ਆਪਾਂ ਅਕਹਿ ਕਹਿ ਸਕਦੇ ਹਾਂ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਉਸ ਅਵਸਥਾ ਚਲੇ ਗਏ। ਆਨੰਦ ਪਿਆ ਨਾਨਕ ਮਨ ਸਾਚਾ, ਪੂਰਨ ਪੂਰੇ ਨਾਦ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਹੈ ਭਾਈ ਹੁਣ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਪੂਰਨ ਹੈ, ਸਰਬ ਕਲਾ ਸਮਰੱਥ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪੂਰਨ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜਦੋਂ ਉਹਦੇ ਨਾਦ ਵਿੱਚ, ਉਹਦੇ ਸ਼ਬਦ ਵਿੱਚ ਜੁੜੇ, ਸਤਿਗੁਰੂ ਜੀ ਕਹਿੰਦੇ ਸਾਡੇ ਅੰਦਰ ਆਨੰਦ ਪੈਦਾ ਹੋ ਗਿਆ, ਸਾਡੇ ਅੰਦਰ ਇੱਕ ਚਾਅ ਪੈਦਾ ਹੋ ਗਿਆ। ਦੇਖੋ, ਇੱਕ ਅਸੀਂ ਕੋਈ ਜ਼ਿੰਦਗੀ 'ਚ ਖਾਸ ਕੰਮ ਕਰੀਏ, ਕੋਈ ਵਸਤੂ ਸਾਨੂੰ ਮਿਲੇ ਨਾ, ਉਹਦੇ 'ਚੋਂ ਇੱਕ ਸਾਨੂੰ ਖੁਸ਼ੀ ਮਿਲਦੀ ਹੈ, ਸਾਡੇ ਅੰਦਰ ਇੱਕ ਚਾਅ ਜਿਹਾ ਪੈਦਾ ਹੁੰਦਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਪਰਮਾਤਮਾ ਦਿੰਦਾ, ਇਹ ਵੀ ਜ਼ਰੂਰੀ ਨੇ ਜ਼ਿੰਦਗੀ ਅੰਦਰ। ਇਹ ਖੁਸ਼ੀਆਂ ਹੀ ਸਹਿਜੇ ਸਹਿਜੇ ਜੇ ਅਸੀਂ ਇਹਨਾਂ ਤੋਂ ਸੇਧ ਲਈਏ ਤੇ ਸਾਨੂੰ ਜ਼ਿੰਦਗੀ ਦੇ ਅੰਦਰ ਆਨੰਦ ਵੱਲ ਲੈ ਜਾਂਦੀਆਂ ਨੇ। ਆਨੰਦ ਦਾ ਅਰਥ ਹੈ ਕਿ ਜਿਹੜੀ ਹਮੇਸ਼ਾ ਹੀ ਖੁਸ਼ੀ ਰਹੇ, ਹਮੇਸ਼ਾ ਖੁਸ਼ੀ ਕੰਟੀਨਿਊ ਬਣੀ ਰਹੇ, ਚਾਅ ਅੰਦਰ ਬਣਿਆ ਰਹੇ। ਹੁਣ ਬਾਹਰਲੇ ਪਦਾਰਥਾਂ 'ਚ ਜੋ ਕੁਝ ਮਿਲਦਾ ਹੈ ਉਹ 'ਚੋਂ ਕੁਝ ਚਿਰ ਖੁਸ਼ੀ ਮਿਲੀ, ਫਿਰ ਸਾਡੀ ਉਹ ਖੁਸ਼ੀ ਰਹਿੰਦੀ ਨਹੀਂ ਹੈ। ਕੋਈ ਸੱਜਣ ਮਿੱਤਰ ਮਿਲਿਆ, ਅਸੀਂ ਖੁਸ਼ ਹੋਏ, ਤੇ ਜੇ ਉਹ ਵਾਰ-ਵਾਰ ਮਿਲਦਾ ਰਹੇ ਉਹ ਥੋੜ੍ਹਾ ਖੁਸ਼ੀ ਹੁੰਦੀ ਹੈ। ਕੋਈ ਵੀ ਚੀਜ਼ ਹੈ ਉਹ ਜਦੋਂ ਸ਼ੁਰੂ 'ਚ ਮਿਲਦੀ ਹੈ ਸਾਨੂੰ ਉਹ 'ਚੋਂ ਕੁਝ ਖੁਸ਼ੀ ਮਿਲਦੀ ਹੈ, ਬਸ ਉਹ ਖੁਸ਼ੀ, ਉਹ ਚਾਓ ਹਮੇਸ਼ਾ ਬਣਿਆ ਰਹੇ, ਇਹਨੂੰ ਆਨੰਦ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਰਾਹੀਂ ਉਸ ਪਰਮ ਪਿਤਾ ਪ੍ਰਮਾਤਮਾ ਜਿਹੜਾ ਮੇਰਾ ਸਾਹਿਬ, ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਜਿਹੜਾ ਨਿਤ ਨਵਾਂ ਹੈ, ਜਿਹੜਾ ਪੂਰਨ ਹੈ, ਜਿਹੜਾ ਨਿਤ ਦਿਆਲੂ ਕਿਰਪਾਲੂ ਹੈ, ਜਦੋਂ ਉਹਦੇ ਨਾਦ ਵਿੱਚ, ਉਹਦੇ ਸ਼ਬਦ ਵਿੱਚ ਜੁੜੇ ਤੇ ਮੇਰੇ ਮਨ ਅੰਦਰ ਆਨੰਦ ਪੈਦਾ ਹੋ ਗਿਆ। ਆਨੰਦ ਪੈਦਾ ਹੋਣ ਨਾਲ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ, ਮੇਰੀ ਜ਼ਿੰਦਗੀ 'ਚੋਂ ਦੁੱਖ ਰੋਗ ਸੰਤਾਪ ਖਤਮ ਹੋ ਗਏ, ਮੇਰੀ ਜ਼ਿੰਦਗੀ ਦੇ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਗਿਆ। ਤੁਹਾਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ, ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਆਨੰਦ ਹੈ ਕੀ ਹੈ? ਆਨੰਦ ਵਾਲੀ ਅਵਸਥਾ ਦੀ ਪਹਿਚਾਣ ਕੀ ਹੈ? ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਣ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਮਨੁੱਖ ਪਰਮਾਤਮਾ ਦੇ ਪਿਆਰ ਜੁੜ ਜਾਏ, ਉਹਦੀ ਜ਼ਿੰਦਗੀ 'ਚ ਕੋਈ ਕਿਸੇ ਤਰ੍ਹਾਂ ਦਾ ਝੋਰਾ ਹੀ ਨਾ ਰਹੇ, ਚਿੰਤਾ ਹੀ ਨਾ ਰਹੇ, ਕੋਈ ਕਿਸੇ ਤਰ੍ਹਾਂ ਦਾ ਉਹਦੇ ਮਨ ਅੰਦਰ ਸਹਿਮ ਨਾ ਰਹੇ। ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਉਸ ਪਰਮਾਤਮਾ ਦੀ ਸਿਫਤ ਸਲਾਹ 'ਚ ਸੁਰਤ ਜੁੜ ਜਾਏ ਤੇ ਅੰਦਰੋਂ ਸਾਰੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਨੇ, ਮਨੁੱਖ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਜਿਵੇਂ ਰੱਬ ਦੇ ਪਿਆਰਿਆਂ ਨੇ ਆਪਣਾ ਆਪ ਤਿਆਗਿਆ, ਪਰਮਾਤਮਾ ਦੇ ਪਿਆਰ ਜੁੜ ਗਏ। ਇਹ ਵਾਹਿਗੁਰੂ ਜੀ ਤਿਵੇਂ ਮੈਂ ਵੀ ਬੇਨਤੀ ਕਰਦਾ ਹਾਂ, ਮੈਨੂੰ ਵੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖੋ। ਮੈਂ ਤੁਹਾਡਾ ਪ੍ਰਤਾਪ ਦੇਖ ਕੇ ਜਿਉਂ, ਤੁਹਾਡੀ ਕੀਰਤੀ ਕਰਕੇ ਜਿਉਂ। ਔਰ ਸਾਹਿਬ ਜੀ ਕਹਿੰਦੇ ਕਿ ਇਸ ਅਵਸਥਾ ਨੂੰ ਜੇ ਮੰਨਣਾ ਤੇ ਉਹਦੇ ਲਈ ਕੋਈ ਇੱਕ ਤਰੀਕਾ ਹੈ, ਗੁਰ ਉਪਦੇਸ਼ ਸਾਧ ਕੀ ਸੰਗਤ। ਗੁਰੂ ਕੇ ਉਪਦੇਸ਼ ਨਾਲ ਜੁੜੋ, ਸਤ ਸੰਗਤ ਨਾਲ ਜੁੜੋ,
ਜਦੋਂ ਗੁਰੂ ਉਪਦੇਸ਼ ਸਤ ਸੰਗਤ ਨਾਲ ਸਾਝ ਬਣੀ, ਫਿਰ ਬਿਨਸਿਓ ਸਗਲ ਸੰਤਾਪ, ਸਾਰੇ ਸੰਤਾਪ ਸਾਡੀ ਜ਼ਿੰਦਗੀ ਚੋਂ ਮਿਟ ਜਾਣਗੇ। ਫਿਰ ਸਾਡੇ ਲਈ ਕੋਈ ਵੈਰੀ, ਕੋਈ ਬਗਾਨਾ ਨਹੀਂ ਰਹੇਗਾ। ਫਿਰ ਤੇ ਅਸੀਂ ਜੋ ਵੀ ਬੋਲਾਂਗੇ ਨਾ, ਸਾਡਾ ਹਰ ਬੋਲ ਹੀ ਰੱਬ ਦੀ ਬੰਦਗੀ ਹੋਏਗਾ। ਇਹ ਨਹੀਂ ਕਿ ਉਚੇਚੇ ਤੌਰ ਤੇ ਕੁਝ ਬੋਲਣਾ ਪਏਗਾ। ਫਿਰ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੇ। ਰੱਬ ਦਾ ਪਿਆਰਾ ਹੱਸੀ ਜਾਏ ਭਾਵੇਂ ਰੋਈ ਜਾਏ, ਉਹਦਾ ਰੋਣਾ ਹੱਸਣਾ ਵੀ ਬੰਦਗੀ ਬਣ ਜਾਂਦਾ ਹੈ। ਉਹਦਾ ਹਰ ਬੋਲ ਜਿਹੜਾ ਹੈ ਉਹ ਰੱਬ ਦੀ ਭਗਤੀ ਬਣ ਜਾਂਦਾ ਹੈ। ਉਹਦਾ ਹਰ ਕਰਮ ਜਿਹੜਾ ਹੈ ਉਹ ਰੱਬ ਦੀ ਭਗਤੀ ਬਣ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਕੇ ਬਚਨਾਂ ਰਾਹੀਂ, ਸਤ ਸੰਗਤ ਰਾਹੀਂ ਪਰਮਾਤਮਾ ਦੇ ਪਿਆਰ ਜੁੜੇ, ਅੰਦਰੋਂ ਅੱਗ ਮਿਟ ਗਈ, ਮਨ ਸ਼ੀਤਲ ਹੋ ਗਿਆ, ਮਨ ਐਨ ਆਨੰਦ ਵਿੱਚ ਲਵਲੀਨ ਹੋ ਕੇ ਵਿਸਮਾਦ ਵਿੱਚ ਚਲਿਆ ਗਿਆ। ਪਰ ਗਿਆਤ ਹੋ ਜਦੋਂ ਸਤ ਸੰਗਤ ਤੇ ਬਾਣੀ ਰਾਹੀਂ ਉਸ ਪਰਮਾਤਮਾ ਦੇ ਨਾਦ ਨਾਲ ਸਾਂਝ ਪਾਈ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੇ ਹਿਰਦੇ 'ਚ ਵਸਣ। ਸਤ ਸੰਗਤ ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਪਿਆਰ ਰੱਖਣ। ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰ ਕਰਨ ਜੀ। ਪਿਆਰ ਅਦਬ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।